ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਪਾਵਨ ਬਚਨ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤੇ। ਅੱਜ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜੋ ਸਾਨੂੰ ਦੁਨਿਆਵੀ ਮਨੁੱਖੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਵਾਰਾਂ ਤੇ ਵਧੀਕ ਮਹੱਲਾ ਪਹਿਲਾ। ਹਰੇ ਮਨ ਡੀਗ ਨਾ ਡੋਲੀਐ, ਸਿੱਧੈ ਮਾਰਗ ਤਾਓ। ਪਾਛੈ ਬਾਗ ਡਰਾਵਣ, ਆਗੇ ਅਗਨ ਤਲਾਓ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਸ਼ਲੋਕ ਵਾਰਾਂ ਤੇ ਵਧੀਕ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਸ਼ਲੋਕ ਔਰ ਪੌੜੀ ਦਾ ਸੁਮੇਲ ਕਰਕੇ ਜੋ 22 ਵਾਰਾਂ ਦਰਜ ਕੀਤੀਆਂ ਨੇ, ਉਸ ਤੋਂ ਉਪਰੰਤ ਜਿਹੜੇ ਸ਼ਲੋਕ ਵਧੀਕ ਨੇ, ਉਹਨਾਂ ਨੂੰ ਫਿਰ ਅੰਮ੍ਰਿਤਮਈ ਬਾਣੀ ਦੇ ਵਿੱਚ ਸ਼ਲੋਕ ਵਾਰਾਂ ਤੇ ਵਧੀਕ ਦਾ ਨਾਮ ਦੇ ਕੇ ਦਰਜ ਕੀਤਾ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਪਾਵਨ ਸ਼ਲੋਕ ਨੇ, ਜੋ ਆਪ ਜੀ ਨੇ ਅੱਜ ਅੰਮ੍ਰਿਤਮਈ ਬਾਣੀ ਦਾ ਪਾਠ ਸਰਵਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1410 ਦੇ ਉੱਪਰ ਸੁਭਾਏਮਾਨ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਜਗਤ ਦੀ, ਇਸ ਸੰਸਾਰ ਦੀ ਹਾਲਤ ਨੂੰ ਵੇਖਦੇ ਨੇ ਕਿ ਜਿਹੜਾ ਮਨੁੱਖਾ ਜਾਮਾ ਪਰਮੇਸ਼ਵਰ ਨੇ ਦਿੱਤਾ ਹੈ, ਮਨ ਦੇ ਤਲ ਤੇ ਜਿਉਣ ਵਾਲੇ ਜਿਹੜੇ ਮਨੁੱਖ ਨੇ, ਪ੍ਰਾਣੀ ਨੇ, ਇਹਨਾਂ ਨੂੰ ਜਿਸ ਮਾਰਗ ਤੇ ਚੱਲਣ ਵਾਸਤੇ ਇਹ ਜਨਮ ਦਿੱਤਾ ਸੀ, ਇਹ ਉਸ ਮਾਰਗ ਤੋਂ ਭਟਕ ਕੇ ਹੋਰ ਮਾਰਗ ਤੇ ਚੱਲਦੇ ਨੇ। ਭਾਵ ਸਿੱਧਾ ਰਸਤਾ ਛੱਡ ਕੇ ਪੁੱਠੇ ਰਸਤੇ ਚੱਲਦੇ ਨੇ। ਸਿੱਧਾ ਨੇਕ ਕਰਮ ਕਰਨ ਦੀ ਬਜਾਏ ਇਹ ਪੁੱਠੇ ਰਸਤੇ ਚੱਲ ਕੇ ਮਾੜੇ ਕਰਮ ਜਿਹੜੇ ਨੇ ਇਹ ਸੰਸਾਰ ਵਿੱਚ ਕਰਦੇ ਨੇ, ਜਿਸ ਕਰਕੇ ਆਪਣੇ ਰਾਹ ਤੋਂ ਭਟਕੇ ਹੋਣ ਕਰਕੇ ਇਹ ਆਪਣਾ ਜਨਮ ਸਵਾਰ ਨਹੀਂ ਪਾ ਰਹੇ। ਆਪਣੇ ਜੀਵਨ ਦੀਆਂ ਖੁਸ਼ੀਆਂ ਜਿਹੜੀਆਂ ਪਰਮੇਸ਼ਵਰ ਨੇ ਦਿੱਤੀਆਂ ਨੇ, ਉਹਨੂੰ ਇਹ ਮਾਣ ਨਹੀਂ ਪਾ ਰਹੇ। ਸਾਡੇ ਕੋਲ ਖੁਸ਼ੀਆਂ ਬਹੁਤ ਨੇ, ਪਰ ਅਸੀਂ ਆਪਣੇ ਰਸਤੇ ਤੋਂ ਭਟਕੇ ਹੋਏ ਹਾਂ, ਜਿਸ ਕਰਕੇ ਅਸੀਂ ਉਹਨਾਂ ਖੁਸ਼ੀਆਂ ਨੂੰ ਮਹਿਸੂਸ ਨਹੀਂ ਕਰਦੇ। ਅਸੀਂ ਉਹਨੂੰ ਨਾ ਮਹਿਸੂਸ ਕਰਦੇ ਹਾਂ, ਨਾ ਅਸੀਂ ਉਹਨੂੰ ਮਾਣ ਸਕਦੇ ਹਾਂ। ਇਸ ਲਈ ਹਰ ਵੇਲੇ ਦੁਖੀ ਰਹਿੰਦੇ ਹਾਂ, ਪਰੇਸ਼ਾਨ ਰਹਿੰਦੇ ਹਾਂ। ਪਰ ਜੇ ਆਪਣਾ ਰਸਤਾ ਬਦਲ ਲਈਏ ਤੇ ਉਹੀ ਸਾਡਾ ਜੀਵਨ ਖੁਸ਼ਹਾਲ ਹੋ ਜਾਏਗਾ। ਜਿਹੜੀਆਂ ਕੁਦਰਤੀ ਤੌਰ ਤੇ ਸਾਨੂੰ ਮਾਲਕ ਨੇ ਖੁਸ਼ੀਆਂ ਦਿੱਤੀਆਂ ਨੇ, ਅਸੀਂ ਉਹਨਾਂ ਖੁਸ਼ੀਆਂ ਦੇ ਵਿੱਚ ਹਰ ਵੇਲੇ ਖਿੜੇ ਰਹਿ ਸਕਦੇ ਹਾਂ। ਪਰ ਅਸੀਂ ਮਾਰਗ ਚੁਣ ਲਿਆ ਗਲਤ,
ਅਸੀਂ ਪੁੱਠੇ ਰਾਹ ਪੈ ਗਏ, ਗਲਤ ਰਸਤੇ ਪੈ ਗਏ। ਸਤਿਗੁਰੂ ਜੀ ਫਿਰ ਸਾਨੂੰ ਦੁਬਾਰਾ ਸਿੱਧੇ ਰਸਤੇ ਤੇ ਲਿਆਉਂਦੇ ਨੇ, ਸਾਨੂੰ ਭਟਕਿਆਂ ਹੋਇਆਂ ਨੂੰ ਸਿੱਧੇ ਮਾਰਗ ਤੇ ਪਾਉਂਦੇ ਨੇ ਵੀ ਆਹ ਰਸਤਾ ਸਿੱਧਾ ਹੈ, ਤੂੰ ਇਸ ਰਸਤੇ ਦੇ ਉੱਤੇ ਤੁਰਿਆ ਚੱਲ। ਜਾਂ ਜਿਹਨੂੰ ਸਮਝ ਆ ਗਈ, ਭਗਤ ਜਨਾਂ ਨੂੰ ਸਮਝ ਆਈ, ਉਹ ਆਪ ਵੀ ਉਸ ਰਾਹ ਉੱਤੇ ਤੁਰੇ ਤੇ ਨਾਲ ਜਿੰਨੇ ਵੀ ਭਟਕੇ ਹੋਏ ਲੋਕ, ਗੁੰਮਰਾਹ ਹੋਏ ਲੋਕ, ਪੁੱਠੇ ਰਾਹ ਪਏ ਹੋਏ ਲੋਕ, ਉਹਨਾਂ ਨੂੰ ਵੀ ਉਹ ਸਮਝਾਉਂਦੇ ਨੇ ਕਿ ਸਿੱਧੇ ਮਾਰਗ ਤੇ ਚੱਲੋ। ਹੁਣ ਸਮਝਾਉਣਾ ਕਿਹਨੂੰ ਹੈ? ਇਸ ਤਨ ਨੂੰ ਨਹੀਂ ਸਮਝਾਉਣਾ, ਸਮਝਾਉਣਾ ਮਨ ਨੂੰ ਹੈ, ਕਿਉਂਕਿ ਮਨ ਪੁੱਠੇ ਰਸਤੇ ਪਿਆ ਹੈ। ਮੰਨ ਲਓ ਅਸੀਂ ਕਿਸੇ ਰਸਤੇ ਦੇ ਉੱਤੇ ਆਪਣੀ ਗੱਡੀ ਵਿੱਚ, ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਹਾਂ ਤੇ ਉਹ ਗਲਤ ਰਸਤੇ, ਜਿਹੜੀ ਗੱਡੀ ਹੈ ਉਹ ਗਲਤ ਰਸਤੇ ਜਾ ਰਹੀ ਹੈ, ਤੇ ਤੁਸੀਂ ਕਿਹਨੂੰ ਸਮਝਾਓਗੇ? ਜਿਹੜਾ ਚਲਾਉਣ ਵਾਲਾ ਉਹਨੂੰ ਸਮਝਾਓਗੇ ਕਿ ਗੱਡੀ ਨੂੰ ਸਮਝਾਓਗੇ? ਜੋ ਕੋਈ ਵੀ ਵਾਹਨ ਹੈ, ਭਾਵੇਂ ਉਹ ਕਾਰ ਹੈ, ਤੁਸੀਂ ਉਸ ਕਾਰ ਨੂੰ ਸੰਬੋਧਨ ਕਰਕੇ ਸਮਝਾਓਗੇ ਵੀ ਇਹ ਗਲਤ ਰਸਤੇ ਜਾ ਰਹੀ ਹੈ। ਜੇ ਤੁਸੀਂ ਉਹਨੂੰ ਸਮਝਾਓਗੇ, ਉਹਨੂੰ ਤੇ ਕੋਈ ਫਰਕ ਨਹੀਂ ਪੈਣਾ, ਕਿਉਂਕਿ ਉਹਨੂੰ ਸੁਣਾਈ ਨਹੀਂ ਦਿੰਦਾ, ਉਹਨੂੰ ਸਮਝ ਨਹੀਂ ਆਏਗੀ। ਜਿਹੜਾ ਉਹਦੇ ਵਿੱਚ ਸਵਾਰ, ਉਹਨੂੰ ਚਲਾਉਣ ਵਾਲਾ ਹੈ, ਉਹਨੂੰ ਸਮਝਾਉਣਾ, ਜੋ ਡਰਾਈਵਰ ਹੈ ਉਹਨੂੰ ਸਮਝਾਉਣਾ ਪੈਣਾ ਕਿ ਤੂੰ ਗਲਤ ਰਸਤੇ ਜਾ ਰਿਹਾ ਹੈ, ਤੇਰੇ ਲਈ ਇਹ ਰਸਤਾ ਮਾੜਾ ਹੈ, ਇਹਦਾ ਨਤੀਜਾ ਅੱਗੇ ਮਾੜਾ ਨਿਕਲੇਗਾ, ਤੂੰ ਇਸ ਤਰ੍ਹਾਂ ਕਰ, ਇਸ ਰਸਤੇ ਨੂੰ ਬਦਲ ਤੇ ਆਹ ਵਾਲੇ ਰਸਤੇ ਪੈ। ਸਰੀਰ ਨੂੰ ਤੁਸੀਂ ਜਿੰਨਾ ਮਰਜ਼ੀ ਸਮਝਾਈ ਜਾਓ, ਸਰੀਰ ਨੇ ਨਹੀਂ ਸਮਝਣਾ, ਕਿਉਂਕਿ ਸਰੀਰ ਨੂੰ ਚਲਾਉਣ ਵਾਲਾ ਜਿਹੜਾ ਹੈ ਉਹ ਸਾਡਾ ਮਨ ਹੈ। ਮਨ ਨੂੰ ਸਮਝਾਉਣਾ ਪੈਣਾ ਹੈ, ਤੇ ਤਕਰੀਬਨ ਗੁਰਬਾਣੀ ਵਿੱਚ ਮਨ ਨੂੰ ਹੀ ਸਮਝਾਇਆ ਗਿਆ ਹੈ, ਮਨ ਨੂੰ ਹੀ ਸੰਬੋਧਨ ਕੀਤਾ ਗਿਆ ਹੈ ਕਿ ਹੇ ਮਨ, ਤੂੰ ਜਿਹੜੇ ਰਸਤੇ ਤੁਰਿਆ ਹੋਇਆ ਹੈ ਇਸ ਸਰੀਰ ਨੂੰ ਲੈ ਕੇ, ਇਹ ਰਸਤਾ ਤੇਰੇ ਵਾਸਤੇ ਠੀਕ ਨਹੀਂ। ਇੱਥੇ ਤੈਨੂੰ ਘਾਟਾ ਹੀ ਘਾਟਾ ਪਏਗਾ, ਇੱਥੇ ਤੈਨੂੰ ਲਾਭ ਨਹੀਂ ਮਿਲਣਾ। ਤੂੰ ਆਇਆ ਇੱਥੇ ਲਾਹਾ ਲੈਣ ਵਾਸਤੇ। ਅਸੀਂ ਇਸ ਮਨੁੱਖਾ ਜਨਮ ਵਿੱਚ ਆਏ ਹਾਂ, ਕਾਹਦੇ ਵਾਸਤੇ ਆਏ ਹਾਂ? ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਇੱਥੋਂ ਕੁਝ ਖੱਟ ਕੇ ਜਾਵਾਂਗੇ, ਕੁਝ ਲਾਹਾ ਲੈ ਕੇ ਜਾਵਾਂਗੇ, ਤਾਂ ਹੀ ਅੱਗੇ ਵਸਣਾ ਸੌਖਾ ਹੋਏਗਾ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਅਸੀਂ ਆਏ ਤੇ ਪ੍ਰਾਣੀ ਦੇ ਰੂਪ ਵਿੱਚ, ਭਾਵ ਮਨ ਦੇ ਤਲ ਤੇ ਮਨੁੱਖ ਬਣ ਕੇ ਆਏ ਹਾਂ ਜ਼ਿੰਦਗੀ ਦਾ ਲਾਹਾ ਲੈਣ। ਉਹ ਵਾਲਾ ਲਾਹਾ ਜਿਹੜਾ ਕਿਸੇ ਹੋਰ ਜੂਨ ਵਿੱਚ ਆ ਕੇ ਨਹੀਂ ਲਿਆ ਜਾ ਸਕਦਾ, ਕਿਸੇ ਹੋਰ ਜਨਮ ਦੇ ਵਿੱਚ ਇਹ ਲਾਭ, ਇਹ ਲਾਹਾ ਨਹੀਂ ਲਿਆ ਜਾ ਸਕਦਾ। ਇਹ ਜਿਹੜਾ ਅਸੀਂ ਲਾਹਾ ਖੱਟਣਾ, ਇਹ ਨਹੀਂ ਅਸੀਂ ਖੱਟ ਸਕਦੇ, ਕੇਵਲ ਇੱਕ ਮਨੁੱਖਾ ਜਾਮਾ ਹੈ। ਔਰ ਇਸ ਮਨੁੱਖੇ ਜਾਮੇ ਤੱਕ ਪਹੁੰਚਣ ਲਈ ਸਾਨੂੰ ਪਤਾ ਨਹੀਂ ਕਿੰਨਾ ਸਫ਼ਰ ਤੈਅ ਕਰਨਾ ਪਿਆ, ਕਿੰਨੀਆਂ ਮੁਸ਼ਕਲਾਂ ਦੇ ਵਿੱਚੋਂ ਦੀ ਗੁਜ਼ਰਨਾ ਪਿਆ, ਕਿੰਨੀ ਵਾਰ ਸੰਸਾਰ ਵਿੱਚ ਫੇਰਾ ਸਾਨੂੰ ਆਤਮਿਕ ਤਲ ਤੇ ਪਾਉਣਾ ਪਿਆ, ਤਾਂ ਜਾ ਕੇ ਕਿਤੇ ਇਹ ਦੁਰਲਭ ਦੇਹੀ ਸਾਨੂੰ ਪ੍ਰਾਪਤ ਹੋਈ। ਹੁਣ ਜਿੰਨੀ ਮਿਹਨਤ ਕੀਤੀ, ਜਿੰਨੀ ਮਸ਼ੱਕਤ ਘਾਲਣਾ ਘਾਲੀ ਇਸ ਜਨਮ ਨੂੰ ਪਾਉਣ ਵਾਸਤੇ, ਤੇ ਜਦੋਂ ਜਨਮ ਮਿਲ ਗਿਆ ਉਹਦੀ ਕਦਰ ਨਹੀਂ ਰਹੀ ਸਾਨੂੰ। ਅਸੀਂ ਭੁੱਲ ਹੀ ਗਏ ਕਿ ਇਹ ਕਿੰਨਾ ਵੱਡਮੁੱਲਾ, ਕਿੰਨਾ ਕੀਮਤੀ ਜਨਮ ਹੈ। ਪਹਿਲੇ ਬੰਦੇ ਦੀ ਦੌੜ ਲੱਗੀ ਸੀ ਕਿ ਮੈਨੂੰ ਹੀਰੇ ਮੋਤੀ ਜਵਾਹਰਾਤ ਮਿਲ ਜਾਣ, ਦਿਨ ਰਾਤ ਭੱਜ ਦੌੜ ਲੱਗੀ ਸੀ। ਜਦੋਂ ਖਜ਼ਾਨਾ ਮਿਲ ਗਿਆ, ਮੁੜ ਕੇ ਉਹਦੀ ਕਦਰ ਨਹੀਂ ਰਹੀ, ਮੁੜ ਕੇ ਉਹਦੀ ਕੀਮਤ ਜਿਹੜੀ ਸੀ ਉਹੀ ਭੁੱਲ ਗਿਆ ਤੇ ਬੇਕਦਰੀ ਕਰ ਦਿੱਤੀ। ਸਾਡਾ ਵੀ ਜੀਵਨ ਇਸੇ ਤਰ੍ਹਾਂ ਹੀ ਹੈ। ਇਹ ਵੱਡਮੁੱਲਾ ਜਨਮ ਸਾਨੂੰ ਪਰਮੇਸ਼ਵਰ ਨੇ ਦਿੱਤਾ, ਬੜੀ ਮਸ਼ੱਕਤ ਘਾਲਣ ਤੋਂ ਬਾਅਦ ਜਾ ਕੇ ਦੁਰਲਭ ਦੇਹੀ ਮਿਲੀ। ਤੇ ਅਸੀਂ ਕੀ ਕਰਦੇ ਹਾਂ? ਅਸੀਂ ਮਾੜੇ ਰਸਤੇ ਪੈ ਕੇ, ਮਾੜੀ ਸੰਗਤ ਵਿੱਚ ਪੈ ਕੇ, ਮਾੜੇ ਕਰਮ ਕਰਕੇ ਅਸੀਂ ਆਪਣੇ ਵੱਡਮੁੱਲੇ ਜਨਮ ਨੂੰ ਗਵਾ ਰਹੇ ਹਾਂ।
ਜਿਹੜੇ ਸਾਡੇ ਅੰਦਰ ਵਿਕਾਰ ਪੈਦਾ ਹੋ ਗਏ ਨਾ, ਉਸ ਵਿਕਾਰ ਨੇ ਸਾਡੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ। ਸਾਡੀ ਜ਼ਿੰਦਗੀ ਜਿਹੜੀ ਹੈ ਇਹ ਤਬਾਹ ਹੋ ਰਹੀ ਹੈ। ਅਸੀਂ ਲਾਹਾ ਤੇ ਕੀ ਖੱਟਣਾ ਸੀ, ਅਸੀਂ ਘਾਟੇ ਵਾਲੇ ਪਾਸੇ ਜਾ ਰਹੇ ਹਾਂ। ਪਰ ਬੰਦੇ ਨੂੰ ਪੁੱਛ ਕੇ ਵੇਖੋ, ਉਹ ਬਾਹਰ ਦੀ ਗੱਲ ਕਰੇਗਾ, ਕਿਉਂਕਿ ਉਹਨੂੰ ਬਾਹਰ ਦੇ ਲਾਭ ਤੇ ਬਾਹਰ ਦੇ ਘਾਟੇ ਦਾ ਪਤਾ ਹੈ ਕਿ ਮੈਨੂੰ ਇੰਨਾ ਘਾਟਾ ਪੈ ਗਿਆ, ਇੰਨਾ ਲਾਭ ਹੋ ਗਿਆ। ਉਹਨੂੰ ਮਾਇਆਵੀ ਪਦਾਰਥਾਂ ਦਾ ਪਤਾ ਹੈ, ਕਿਉਂਕਿ ਅਸੀਂ ਮਾਇਆ ਦੇ ਤਲ ਤੇ ਜਿਉਣ ਵਾਲੇ ਹਾਂ ਤੇ ਗੱਲ ਵੀ ਅਸੀਂ ਮਾਇਆ ਦੀ ਕਰਾਂਗੇ ਕਿ ਸੰਸਾਰ ਵਿੱਚ ਇੰਨਾ ਘਾਟਾ ਪੈ ਗਿਆ, ਇੰਨਾ ਵਾਧਾ ਹੋ ਗਿਆ। ਅਸੀਂ ਸਾਲ ਬਾਅਦ, ਮਹੀਨੇ ਬਾਅਦ ਹਿਸਾਬ ਵੀ ਲਾਉਂਦੇ ਹਾਂ, ਉਹਦਾ ਰਿਕਾਰਡ ਵੀ ਅਸੀਂ ਰੱਖਦੇ ਹਾਂ ਵੀ ਇਹ ਸਾਲ ਮੈਨੂੰ ਇੰਨਾ ਘਾਟਾ ਪਿਆ, ਇਹ ਸਾਲ ਮੈਨੂੰ ਇੰਨਾ ਵਾਧਾ ਹੋਇਆ। ਤੇ ਜਿਸ ਦਿਨ ਅਸੀਂ ਆਪਣੀ ਜ਼ਿੰਦਗੀ ਦੇ 1 ਸਾਲ ਬਾਅਦ ਜਨਮ ਦਿਨ ਮਨਾਉਂਦੇ ਹਾਂ, ਕਦੀ ਉਦੋਂ ਵੀ ਹਿਸਾਬ ਲਾ ਲੈਂਦੇ ਵੀ 1 ਸਾਲ ਵਿੱਚ ਮੈਨੂੰ ਆਤਮਿਕ ਤਲ ਤੇ ਕਿੰਨਾ ਘਾਟਾ ਪਿਆ, ਮੈਨੂੰ ਆਤਮਿਕ ਤਲ ਤੇ ਮਾਨਸਿਕ ਮੰਡਲ ਦੇ ਵਿੱਚ ਮੈਨੂੰ ਕਿੰਨਾ ਲਾਹਾ ਹੋਇਆ, ਕਿੰਨਾ ਨੁਕਸਾਨ ਹੋਇਆ। ਇਹ ਵੀ ਕਦੇ ਅਸੀਂ ਰਿਕਾਰਡ ਜਿਹੜਾ ਹੈ ਉਹ ਤਿਆਰ ਕਰਕੇ ਬਣਾ ਕੇ ਰੱਖ ਲੈਂਦੇ, ਪਰ ਨਹੀਂ, ਅਸੀਂ ਉਦੋਂ ਵੀ ਬਾਹਰ ਦੀਆਂ ਖੁਸ਼ੀਆਂ ਵਿੱਚ ਹੀ ਝੂਮਦੇ ਰਹੇ, ਬਾਹਰ ਦੀਆਂ ਖੁਸ਼ੀਆਂ ਵਿੱਚ ਹੀ ਮਸਤ ਹੋ ਗਏ, ਕਿਉਂਕਿ ਸਾਨੂੰ ਹਜੇ ਆਪਣੇ ਮਾਨਸਿਕ ਮੰਡਲ, ਆਤਮਿਕ ਮੰਡਲ ਦੀ ਸੋਝੀ ਨਹੀਂ ਹੈ। ਜਿਨ੍ਹਾਂ ਨੂੰ ਹੈ ਉਹ ਕਦੇ ਘਾਟੇ ਵਾਲੇ ਪਾਸੇ ਨਹੀਂ, ਉਹ ਪੁੱਠੇ ਰਸਤੇ ਨਹੀਂ ਚੱਲਦੇ। ਉਹ ਕਹਿੰਦੇ ਪਤਾ ਨਹੀਂ ਜ਼ਿੰਦਗੀ ਦਾ ਸਮਾਂ ਕਦੋਂ ਮੁੱਕ ਜਾਣਾ ਹੈ, ਇਸ ਲਈ ਪਲ ਪਲ ਮੇਰਾ ਬੜਾ ਕੀਮਤੀ ਹੈ। ਇੱਕ ਇੱਕ ਸਵਾਸ ਮੇਰੀ ਜ਼ਿੰਦਗੀ ਦਾ ਬੜਾ ਕੀਮਤੀ ਹੈ। ਇੱਕ ਇੱਕ ਸਵਾਸ ਇੰਨਾ ਕੀਮਤੀ ਹੈ ਕਿ ਦੁਨੀਆ ਦੀ ਸਾਰੀ ਦੌਲਤ, ਖਜ਼ਾਨਾ ਵੀ ਇਕੱਠਾ ਕਰ ਲਓ, ਇੱਕ ਸਵਾਸ ਵੀ ਤੁਹਾਨੂੰ ਮੁੱਲ ਨਹੀਂ ਜੇ ਮਿਲਣਾ, ਜਿਹੜਾ ਕੁਦਰਤੀ ਤੌਰ ਤੇ ਸਾਨੂੰ ਮਿਲ ਰਿਹਾ। ਬਨਾਵਟੀ ਤੌਰ ਤੇ ਜਿਹੜਾ ਮਿਲਦਾ ਹੈ ਉਹਦਾ ਤੇ ਬਿੱਲ ਵੀ ਤਿਆਰ ਹੋ ਜਾਂਦਾ ਹੈ। ਤੇ ਕਈ ਵਾਰ ਤੇ ਬੰਦੇ ਦੇ ਵਿੱਚ ਸਾਹ ਵੀ ਨਹੀਂ ਹੁੰਦਾ ਤੇ ਤਾਂ ਵੀ ਬਿੱਲ ਇੰਨਾ ਤਿਆਰ ਹੋ ਜਾਂਦਾ ਹੈ। ਮੁਰਦੇ ਬੰਦੇ ਦੇ ਵੀ ਜਿਹੜਾ ਹੈ ਉਹ ਬਨਾਵਟੀ ਸਾਹ, ਉਹਨੂੰ ਆਕਸੀਜਨ ਦੇ ਕੇ ਤੇ ਇੰਨਾ ਲੰਬਾ ਚੌੜਾ ਬਿੱਲ ਤਿਆਰ ਕਰ ਦਿੰਦੇ, ਜਦ ਕਿ ਉਹਦੇ ਕੋਲ ਆਪਣੀ ਜ਼ਿੰਦਗੀ ਦਾ ਸਵਾਸ ਤੇ ਕਦੋਂ ਦਾ ਮੁੱਕ ਗਿਆ। ਸਾਨੂੰ ਕੁਦਰਤੀ ਤੌਰ ਤੇ ਨਾ ਕਈ ਹਲੂਣੇ ਦਿੱਤੇ ਜਾਂਦੇ ਨੇ। ਉਹ ਹਲੂਣੇ ਕਾਹਦੇ ਲਈ ਹੁੰਦੇ ਨੇ? ਬੰਦੇ ਨੂੰ ਸਾਵਧਾਨ ਕਰਨ ਲਈ, ਸੁਚੇਤ ਕਰਨ ਵਾਸਤੇ ਕਿ ਹਜੇ ਵੀ ਸਮਾਂ ਹੈ, ਸੁਧਰ ਜਾ, ਹਜੇ ਵੀ ਟਾਈਮ ਹੈ, ਸਿੱਧੇ ਰਾਹ ਪੈ ਜਾ। ਆ ਜਿੰਨੇ ਇਸ ਤੋਂ ਵੱਡਾ ਹਲੂਣਾ ਕੀ ਮਿਲਣਾ ਹੈ? ਆ ਜਿਹੜੀ ਇੱਕ ਵਾਇਰਸ ਤੇ ਬਿਮਾਰੀ ਜਿਹੜੀ ਚੱਲੀ ਹੈ, ਔਰ ਕਹਿੰਦੇ ਨੇ 100 ਸਾਲ ਬਾਅਦ ਐਸਾ ਹੁੰਦਾ ਹੀ ਹੈ, ਕੋਈ ਨਾ ਕੋਈ ਬਿਮਾਰੀ ਜਿਹੜੀ ਆ ਉਹ ਫੈਲਦੀ ਹੈ ਕਿਸੇ ਰੂਪ ਵਿੱਚ ਵੀ। ਇਹ ਸਾਨੂੰ ਕੁਦਰਤ ਹਲੂਣਾ ਦਿੰਦੀ ਹੈ ਕਿ ਜਿਹੜੇ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਹਾਂ, ਇਹਦੇ ਤੋਂ ਅਸੀਂ ਹਟ ਜਾਈਏ, ਬਾਜ ਆ ਜਾਈਏ। ਪਰ ਥੋੜਾ ਚਿਰ ਅਸਰ ਰਹਿੰਦਾ, ਬੰਦਾ ਫਿਰ ਉੱਥੇ ਦੇ ਉੱਥੇ ਹੀ ਹੁੰਦਾ ਹੈ। ਥੋੜਾ ਚਿਰ ਤੇ ਅਸਰ ਰਹਿੰਦਾ, ਬੰਦਾ ਕਹਿੰਦਾ ਕੁਛ ਨਹੀਂ ਰੱਖਿਆ ਜ਼ਿੰਦਗੀ ਵਿੱਚ, ਕੀ ਲੈ ਜਾਣਾ ਤੇ ਕੀ ਲੈ ਕੇ ਮੈਂ ਆਇਆ ਸੀ। ਇਹ ਥੋੜਾ ਚਿਰ ਹੀ ਅਸਰ ਰਹਿੰਦਾ ਹੈ, ਮੁੜ ਕੇ ਫਿਰ ਬੰਦਾ ਉਸੇ ਰਾਹ। ਸਾਨੂੰ ਇਸ ਬਿਮਾਰੀ ਨੇ ਹਲੂਣਾ ਦਿੱਤਾ, ਇੱਕਦਮ ਜਿਹੜੀ ਸੀ ਉਹ ਸਾਡੀ ਗੱਡੀ ਰੋਕ ਕੇ ਰੱਖਤੀ ਜ਼ਿੰਦਗੀ ਦੀ। ਪਰ ਬੰਦਾ ਜਿਵੇਂ ਜਿਵੇਂ ਅੱਗੇ ਵੱਧਦਾ ਹੈ, ਫਿਰ ਪਿਛਲਾ ਸਮਾਂ ਭੁੱਲ ਜਾਂਦਾ ਹੈ, ਫਿਰ ਉਸੇ ਰਾਹ ਪੈ ਜਾਂਦਾ ਹੈ। ਬਾਣੀ ਸਾਨੂੰ ਰੋਜ਼ ਹਲੂਣਾ ਦੇ ਕੇ ਸਮਝਾਉਂਦੀ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਰਹਿਣ। ਤੇਰੀ ਜ਼ਿੰਦਗੀ ਦੀ ਰਾਤ ਮੁੱਕਣ ਤੇ ਆ ਗਈ, ਪਰ ਤੂੰ ਕੁਫਕੜੇ, ਭੈੜੇ, ਪੁੱਠੇ, ਮਾੜੇ ਕਰਮ ਕਰਨੇ ਨਹੀਂ ਛੱਡੇ। ਤੂੰ ਜਿਹੜੇ ਰਾਹ ਤੁਰਿਆ ਹੋਇਆ, ਇਸ ਰਾਹ ਨੂੰ ਤੂੰ ਛੱਡਿਆ ਹੀ ਨਹੀਂ, ਤੂੰ ਸਿੱਧੇ ਰਾਹ ਤੇ ਚੱਲ। ਇਹ ਤਨ ਸਦਾ ਵਾਸਤੇ ਤੇਰਾ ਇੱਕੋ ਜਿਹਾ ਨਹੀਂ ਰਹਿਣਾ। ਇਹ ਤਾਂ ਦਿਨ ਜਿਵੇਂ ਜਿਵੇਂ ਸਮਾਂ ਵੱਧ ਰਿਹਾ, ਸਾਡਾ ਤਨ ਵੀ ਜਿਹੜਾ ਉਹ ਕਮਜ਼ੋਰ ਹੁੰਦਾ ਜਾ ਰਿਹਾ ਹੈ। ਜਿਹੜੇ ਬਜ਼ੁਰਗ ਨੇ ਉਹ ਆਪਣੇ ਮੂੰਹੋਂ ਇਹ ਗੱਲ ਕਹਿੰਦੇ ਨੇ ਵੀ ਹੁਣ ਉਹ ਸਮਾਂ ਨਹੀਂ ਰਿਹਾ ਸਾਡਾ। ਕਹਿੰਦੇ ਆ ਨਾ, ਅਸੀਂ ਆਪ ਹੀ ਕਹਿੰਦੇ ਆ ਵੀ ਸਾਡਾ ਹੁਣ ਉਹ ਸਮਾਂ ਨਹੀਂ ਰਿਹਾ। ਪਹਿਲੇ ਤੇ ਥਕਾਵਟ ਹੁੰਦੀ ਨਹੀਂ ਸੀ, ਸਾਰਾ ਦਿਨ ਮਿਹਨਤ ਕਰਦੇ ਰਹੋ, ਭੱਜ ਦੌੜ ਕਰਦੇ ਰਹੋ,
ਪਰਵਾਹ ਹੀ ਨਹੀਂ ਸੀ ਹੁੰਦੀ। ਹੁਣ 2 ਕਦਮ ਵੀ ਤੁਰਨੇ ਆਉਂਦੇ ਔਖੇ ਲੱਗਦੇ ਆ, ਸਾਹ ਚੜ੍ਹਦਾ। ਕਿੰਨਾ ਕਿੰਨਾ ਭਾਰ ਅਸੀਂ ਚੁੱਕ ਲੈਂਦੇ ਸਾਂ, ਹੁਣ ਆਪਣਾ ਭਾਰ ਵੀ ਚੁੱਕਣਾ ਔਖਾ ਲੱਗਦਾ। ਕਬੀਰ ਸਾਹਿਬ ਜੀ ਨੇ ਵੀ ਹਲੂਣਾ ਦਿੱਤਾ। ਅਸਲ 'ਚ ਗੁਰਬਾਣੀ ਸਾਨੂੰ ਹਲੂਣਾ ਹੀ ਦਿੰਦੀ ਹੈ। ਜੇ ਅਸੀਂ ਕਿਤੇ ਇਹਨੂੰ ਸਮਝ ਕੇ ਬਾਣੀ ਦੇ ਨਾਲ ਜੁੜ ਜਾਈਏ ਤਾਂ ਰੋਜ਼ ਸਾਨੂੰ ਹਲੂਣੇ ਮਿਲਣ ਤੇ ਅਸੀਂ ਸਿੱਧੇ ਰਾਹ ਪੈ ਕੇ ਮੰਜ਼ਿਲ ਤੇ ਪਹੁੰਚ ਜਾਈਏ। ਰੋਜ਼ ਗੁਰਬਾਣੀ ਵਿੱਚੋਂ ਤੀਰ ਚੱਲਦੇ ਨੇ, ਅਣਿਆਲੇ ਤੀਰ। ਜੇ ਕਿਤੇ ਸਾਡੇ ਮਨ ਨੂੰ ਜਾ ਕੇ ਇੱਕ ਤੀਰ ਲੱਗ ਜਾਏ ਨਾ ਤੇ ਮਨ ਮੁੜ ਕੇ ਪੁੱਠੇ ਪਾਸੇ ਨਹੀਂ ਜਾਏਗਾ। ਇਹ ਫਿਰ ਗਲਤ ਰਸਤੇ ਕੁਫਕੜੇ ਵਾਲੇ ਪਾਸੇ ਨੂੰ ਨਹੀਂ ਇਹ ਮਨ ਜਾਏਗਾ। ਪਰ ਹੁੰਦਾ ਕੀ ਹੈ, ਮਨ ਨੂੰ ਤੀਰ ਲੱਗਦਾ ਹੀ ਨਹੀਂ, ਕਿਉਂਕਿ ਅਸੀਂ ਹਜੇ ਤਨ ਤੱਕ ਹੀ ਸੀਮਤ ਹਾਂ। ਇਹ ਅਣਿਆਲਾ ਤੀਰ ਹੈ। ਤੇ ਅਣਿਆਲਾ ਤੀਰ ਉਹ ਹੁੰਦਾ ਜਿਹੜਾ ਇੱਕ ਵਾਰੀ ਲੱਗ ਗਿਆ ਨਾ, ਖੁੱਭ ਗਿਆ, ਉਹ ਮੁੜ ਕੇ ਨਿਕਲਦਾ ਨਹੀਂ। ਪਰ ਇਹ ਹੈ ਵੀ ਇਹ ਤੀਰ ਲੱਗਦਾ ਕਿਸੇ ਕਿਸੇ ਨੂੰ ਹੈ, ਹਰ ਇੱਕ ਨੂੰ ਲੱਗਦਾ ਵੀ ਕੋਈ ਨਹੀਂ ਹੈ। ਪਰ ਜਿਹਨੂੰ ਲੱਗ ਜਾਏ ਉਹ ਫਿਰ ਪੁੱਠੇ ਰਾਹ ਨਹੀਂ ਪੈਂਦਾ ਕਦੇ। ਕਬੀਰ ਇਹ ਤਨ ਜਾਏਗਾ, ਕਵਨੇ ਮਾਰਗ ਲਾਏ। ਕਬੀਰ ਸਾਹਿਬ ਕਹਿੰਦੇ ਉਹ ਬੰਦਿਆ, ਇਹ ਤਨ ਤਾਂ ਇੱਕ ਦਿਨ ਚਲਾ ਜਾਣਾ। ਬਚਪਨ ਚਲਾ ਗਿਆ, ਮੁੜ ਕੇ ਆਇਆ ਹੀ ਨਹੀਂ। ਜੋਬਨ ਚਲਾ ਗਿਆ, ਮੁੜ ਕੇ ਆਇਆ ਹੀ ਨਹੀਂ। ਇਹ ਬੜੇਪਾ ਹੈ, ਇਹ ਵੀ ਇੱਕ ਦਿਨ ਚਲਾ ਜਾਣਾ। ਤੇ ਜਿੱਦਣ ਇਹ ਚਲਾ ਗਿਆ ਤੂੰ ਵੀ ਦੁਨੀਆ ਤੋਂ ਚਲੇ ਜਾਣਾ, ਕਿਉਂਕਿ ਉਸ ਤੋਂ ਅੱਗੇ ਹੋਰ ਤਾਂ ਕੋਈ ਪੜਾ ਹੈ ਹੀ ਨਹੀਂ। ਇਸ ਲਈ ਇਹ ਜਾਏਗਾ। ਕਵਨੇ ਮਾਰਗ, ਤੂੰ ਕਿਹੜੇ ਮਾਰਗ ਇਹਨੂੰ ਲਾਈ ਬੈਠਾ ਹੈ? ਹੁਣ ਸਮਝਾਉਣਾ ਕਿਹਨੂੰ ਹੈ? ਮਨ ਨੂੰ। ਮਨ ਨੂੰ ਹੀ ਕਹਿਣਾ ਨਾ ਵੀ ਇਹ ਤਨ ਜਾਏਗਾ, ਤਨ ਨੂੰ ਤੇ ਨਹੀਂ ਕਹਿਣਾ। ਫਿਰ ਸਮਝ ਲੈਣਾ, ਗੱਡੀ ਨੂੰ ਕਾਰ ਹੋਵੇ ਕੋਈ ਵੀ ਹੋਵੇ, ਉਹਨੂੰ ਨਹੀਂ ਸਮਝਾਈਦਾ। ਜਿਹੜਾ ਚਲਾਉਣ ਵਾਲਾ ਡਰਾਈਵਰ ਹੈ ਉਹਨੂੰ ਸਮਝਾਉਣਾ ਪੈਂਦਾ ਹੈ ਕਿ ਤੂੰ ਗਲਤ ਰਸਤੇ ਜਾ ਰਿਹਾ। ਤੁਸੀਂ ਗੱਡੀ ਕੋਲ ਭਾਵੇਂ 10 ਘੰਟੇ ਉਹਨੂੰ ਬੋਲੀ ਜਾਓ, ਉਹਨੂੰ ਕੋਈ ਅਸਰ ਨਹੀਂ। ਅਸਰ ਤਾਂ ਮਨ ਨੂੰ ਹੋਣਾ ਹੈ। ਗੁਰਬਾਣੀ ਅਸੀਂ ਮਨ ਨੂੰ ਸੁਣਾਉਣੀ ਹੈ, ਤਨ ਨੂੰ ਨਹੀਂ ਸੁਣਾਉਣੀ। ਕਿਤੇ ਗੁਰਬਾਣੀ ਸਾਡਾ ਮਨ ਸੁਣ ਲਏ ਨਾ, ਤੇ ਜਿੱਦਨ ਮਨ ਸੁਣ ਲੇਗਾ ਅਸੀਂ ਆਪੇ ਹੀ ਸਿੱਧੇ ਰਾਹ ਪੈ ਜਾਾਂਗੇ। ਇਸ ਲਈ ਮਨ ਨੂੰ ਕਹਿੰਦੇ ਕਬੀਰ ਇਹ ਤਨ ਜਾਏਗਾ। ਇਹ ਤੇਰਾ ਤਨ ਜਿਹੜਾ ਹੈ ਨਾ, ਇਹ ਚਲਾ ਜਾਣਾ ਹੈ। ਕਵਨੇ ਮਾਰਗ ਲਾਏ, ਇਹਨੂੰ ਕਿਹੜੇ ਪਾਸੇ ਤੂੰ ਲਾਇਆ ਹੋਇਆ ਹੈ? ਜਿਹੜੇ ਕਿਹੜੇ ਪਾਸੇ ਇਹਨੂੰ ਲੈ ਕੇ ਤੁਰਿਆ ਹੋਇਆ? ਮਾੜੀ ਸੰਗਤ ਵਿੱਚ ਮਾੜੀਆਂ ਆਦਤਾਂ ਤੈਨੂੰ ਪੈ ਗਈਆਂ, ਤੇਰਾ ਸੁਭਾਅ ਮਾੜਾ ਹੋ ਗਿਆ ਤੇ ਇਹਨੂੰ ਤੂੰ ਲੈ ਕੇ ਕਿਸੇ ਹੋਰ ਰਸਤੇ ਤੁਰਿਆ ਹੋਇਆ। ਇਹ ਤੇਰਾ ਰਸਤਾ ਨਹੀਂ ਸੀ। ਵਿਕਾਰਾਂ ਵਾਲੇ ਕਰਮ ਜਿਹੜੇ ਅਸੀਂ ਕਰ ਰਹੇ ਹਾਂ, ਪਾਪ ਅਸੀਂ ਕਮਾ ਰਹੇ ਹਾਂ, ਨਸ਼ਿਆਂ ਵਾਲੇ ਪਾਸੇ ਅਸੀਂ ਤੁਰੇ ਹੋਏ ਹਾਂ। ਸਾਡਾ ਤਨ ਜਿਹੜੇ ਮਾੜੇ ਰਸਤੇ ਨੇ ਉਸ ਪਾਸੇ ਨੂੰ ਤੁਰਿਆ ਹੋਇਆ। ਇਹ ਸਾਡੀ ਜ਼ਿੰਦਗੀ ਦਾ ਰਸਤਾ ਨਹੀਂ ਸੀ। ਹੁਣ ਹੋਇਆ ਕਿ ਹੁਣ ਨੇਕ ਕਰਮ, ਚੰਗਾ ਕਰਮ ਕਰਨ ਲਈ ਔਖਾ ਹੋ ਜਾਂਦਾ ਹੈ ਤੇ ਬੁਰੇ ਕਰਮ ਕਰਨ ਲਈ ਤਿਆਰ ਹੋ ਜਾਂਦਾ ਹੈ। ਹੁਣ ਹਾਲਤ ਇਹ ਹੈ ਕਿ ਜਿਹੜੇ ਮਾਰਗ ਇਹਨੇ ਪਾਇਆ ਹੋਇਆ ਨਾ ਮਨ ਨੇ ਸਰੀਰ ਨੂੰ, ਉੱਥੇ ਕੀ ਹੁੰਦਾ ਹੈ? ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਸੀਰੀਅਲ ਭਾਵੇਂ ਇਹਨੂੰ 2-2 4-4 ਘੰਟੇ ਦਿਖਾ ਦਿਓ, ਟਸ ਤੋਂ ਮਸ ਨਹੀਂ ਹੁੰਦਾ। ਆਵਾਜ਼ਾਂ ਮਾਰੀ ਜਾਓ ਤਾਂ ਵੀ ਨਹੀਂ ਸੁਣਦਾ। ਤੇ ਘਰ ਦੇ ਵੀ ਕਹਿੰਦੇ ਮੈਂ ਆਵਾਜ਼ਾਂ ਕਦੋਂ ਦਾ ਤੈਨੂੰ ਮਾਰੀ ਜਾਣਾ, ਤੈਨੂੰ ਸੁਣਦਾ ਹੀ ਨਹੀਂ। ਕਹਿੰਦੇ ਧਿਆਨ ਹੀ ਇੰਨਾ ਸੀਰੀਅਲ ਵਿੱਚ ਟਿਕਿਆ ਹੋਇਆ ਸੀ। ਸਾਰੀ ਦਿਹਾੜੀ ਬੱਚਿਆਂ ਨੂੰ ਭਾਵੇਂ ਅੱਧੀ ਰਾਤ ਤੱਕ ਤੁਸੀਂ ਮੋਬਾਈਲ ਦੇ ਕੇ ਉਹਨਾਂ ਨੂੰ ਜਿਹੜਾ ਚਲਾਉਣ ਲਈ ਕਹਿ ਦਿਓ, ਉਹ ਕਦੇ ਨਹੀਂ ਅੱਕਦੇ, ਥੱਕਦੇ, ਆਲਸ ਵੀ ਨਹੀਂ ਆਉਂਦਾ, ਅੱਖਾਂ ਵੀ ਨਹੀਂ ਬੰਦ ਹੁੰਦੀਆਂ। ਮਾੜਾ ਜਿਹਾ ਲੈ ਕੇ ਉਹਨਾਂ ਕੋਲੋਂ ਵੇਖੋ, ਉਸੇ ਵੇਲੇ ਡਿੱਗਣੇ ਸ਼ੁਰੂ ਹੋ ਜਾਂਦੇ ਆ। ਉਸੇ ਵੇਲੇ ਅੱਖਾਂ ਕਹੋ ਵੀ ਮੂਲ ਮੰਤਰ ਦਾ ਜਾਪ ਕਰੋ, ਬੈਠ ਕੇ ਵਾਹਿਗੁਰੂ ਦਾ ਜਾਪ ਕਰੋ, ਚਲੋ 5 ਪੌੜੀਆਂ ਹੀ ਸੁਣਾ ਦਿਓ ਬਣ ਜਪਜੀ ਸਾਹਿਬ ਦੀਆਂ, ਉਸੇ ਵੇਲੇ ਡਿੱਗਣੇ ਸ਼ੁਰੂ। ਉਸੇ ਵੇਲੇ ਹੀ ਅੱਖਾਂ ਬੰਦ, ਉਸੇ ਵੇਲੇ ਹੀ ਆਲਸ ਆ ਜਾਏਗਾ। ਅਸੀਂ ਇਸ ਨੂੰ ਹੋਰ ਮਾਰਗ ਤੇ ਪਾ ਦਿੱਤਾ। ਇਹ ਜਿਹੜੇ ਮਾਰਗ ਤੇ ਅਸੀਂ ਤੁਰੇ ਹਾਂ, ਉੱਥੇ ਤਾਂ ਮਾੜੇ ਕਰਮ ਕਰਨ ਲਈ ਤਿਆਰ ਬਰ ਤਿਆਰ ਤੇ ਚੰਗਾ ਕਰਮ ਕਰਨ ਲਈ ਆਲਸ ਪੈਦਾ ਹੋ ਜਾਂਦਾ ਹੈ।
ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਬੁਰਾ ਕਰਮ ਕਰਨਾ ਸੀ ਸ਼ੇਰ ਬਣ ਗਿਆ, ਤੇ ਚੰਗਾ ਕਰਮ ਕਰਨਾ ਸੀ ਤੇ ਆਲਸ ਆ ਗਿਆ, ਡਿੱਗ ਹੀ ਗਿਆ, ਬੈਟਰੀ ਮੁੱਕ ਗਈ। ਇਹ ਹਾਲਤ ਹੋ ਚੁੱਕੀ ਹੈ ਸਮਾਜ ਦੀ, ਸੰਸਾਰ ਦੀ, ਕਿ ਪਾਪ ਵਾਲੇ ਰਸਤੇ ਚੱਲਣਾ ਹੋਵੇ, ਬੁਰਾ ਕਰਮ ਕਰਨਾ ਹੋਵੇ ਤੇ ਇਹ ਨਾ ਅੱਕਦਾ ਨਾ ਥੱਕਦਾ ਹੈ, ਤੇ ਜੇ ਕਿਤੇ ਨੇਕ ਕਰਮ ਕਰਨਾ ਪਵੇ ਕਹਿੰਦਾ ਥੱਕ ਹੀ ਗਿਆ। ਹੁਣ ਇੱਕ ਵਾਰ ਰੋਜ਼ ਦੇਖੋ ਅਸੀਂ ਸਾਰਾ ਦਿਨ ਸਾਡੇ ਜਿਹੜੇ ਆ ਮੋਬਾਈਲ ਚੱਲਦੇ ਆ, ਬੰਦਾ ਕਹਿੰਦਾ ਮੈਂ ਅੱਖਾਂ ਥੱਕ ਜਾਂਦੀਆਂ ਨੇ, ਪਰ ਜਿਹੜਾ ਅੰਦਰ ਮਨ ਹੈ ਨਾ ਇਹਨੂੰ ਥੱਕਣ ਹੀ ਕੋਈ ਨਹੀਂ ਦਿੰਦਾ ਪਿਆ। ਅੱਖਾਂ ਦੀ ਰੋਸ਼ਨੀ ਭਾਵੇਂ ਘਟ ਜਾਂਦੀ ਹੈ, ਪਰ ਫਿਰ ਵੀ ਬੰਦਾ ਕਹਿੰਦਾ ਨਹੀਂ ਮੈਂ ਹਜੇ ਥੱਕਿਆ ਨਹੀਂ ਆ। ਤੇ ਕਿਤੇ ਗੁਰਬਾਣੀ ਦਾ ਪਾਠ ਸਿਮਰਨ ਨਾਮ ਵਿੱਚ ਜੁੜਨਾ ਹੋਵੇ ਤੇ ਬੰਦਾ ਕਹਿੰਦਾ ਮੈਂ ਤੇ ਥੱਕ ਹੀ ਗਿਆ। ਇਹ ਸਾਡੀ ਹਾਲਤ ਹੋ ਚੁੱਕੀ ਹੈ। ਤੇ ਕਬੀਰ ਸਾਹਿਬ ਕਹਿੰਦੇ ਕਵਨੇ ਮਾਰਗ ਲਾਏ, ਕਿਹੜੇ ਮਾਰਗ ਤੇ ਇਹਨੂੰ ਤੂੰ ਲਾਇਆ ਹੋਇਆ? ਝੂਠ ਵਾਲੇ ਮਾਰਗ ਤੇ, ਵਿਕਾਰਾਂ ਵਾਲੇ ਮਾਰਗ ਤੇ, ਪਾਪ ਵਾਲੇ ਰਸਤੇ ਤੇ, ਹੇਰਾ ਫੇਰੀਆਂ ਦੇ ਰਸਤੇ ਤੇ, ਠੱਗੀਆਂ ਵਾਲੇ ਰਾਹ ਤੇ ਕਵਨੇ ਮਾਰਗ ਲਾਏ। ਫਿਰ ਪੁੱਛਿਆ ਵੀ ਤੁਸੀਂ ਕਹਿੰਦੇ ਹੋ ਵੀ ਕਿਹੜੇ ਮਾਰਗ ਤੇ ਲਾਇਆ, ਫਿਰ ਤੁਸੀਂ ਦੱਸ ਦਿਓ ਅਸੀਂ ਕਿਹੜੇ ਮਾਰਗ ਤੇ ਤੁਰੀ। ਇਹ ਸੁਭਾਅ ਹੈ ਸਾਡਾ। ਜਦੋਂ ਸਾਨੂੰ ਕੋਈ ਗੱਲ ਸਮਝਾਉਂਦਾ ਨਾ, ਅਸੀਂ ਕਹਿੰਦੇ ਆ ਵੀ ਠੀਕ ਹੈ ਮੈਂ ਗਲਤ ਹਾਂ, ਫਿਰ ਤੂੰ ਦੱਸ ਦੇ ਸਹੀ ਕਿਹੜਾ ਹੈ। ਕਬੀਰ ਜੀ ਨੂੰ ਵੀ ਪੁੱਛਿਆ ਹੋਏਗਾ, ਕਬੀਰ ਸਾਹਿਬ ਜੀ ਤੁਸੀਂ ਕਹਿੰਦੇ ਹੋ ਇਹ ਕਬੀਰ ਇਹ ਤਨ ਜਾਹੇਗਾ, ਕਵਨੇ ਮਾਰਗ ਲਾਏ, ਰੋਜ਼ ਕਹਿੰਦੇ ਹੋ ਕਵਨੇ ਮਾਰਗ ਲਾਏ, ਫਿਰ ਤੁਸੀਂ ਅੱਜ ਦੱਸ ਹੀ ਦਿਓ ਅਸੀਂ ਕਿਹੜੇ ਮਾਰਗ ਤੇ ਚੱਲੀਏ, ਕਿਹੜਾ ਰਾਹ ਅਸੀਂ ਅਪਣਾਈਏ। ਤੇ ਕਬੀਰ ਜੀ ਕਹਿੰਦੇ ਕਹਿ ਸੰਗਤ ਕਰ ਸਾਧ ਕੀ, ਕਹਿ ਹਰ ਕੇ ਗੁਣ ਗਾਏ। ਇੱਥੇ ਕੇ ਨਹੀਂ ਹੈ, ਕਹਿ ਹੈ। ਬੜਾ ਫਰਕ ਪੈ ਜਾਏਗਾ ਅਰਥਾਂ ਵਿੱਚ। ਕਹਿ ਦਾ ਅਰਥ ਹੁੰਦਾ ਜਾਂ। ਕਹਿੰਦੇ ਜਾਂ ਗੁਰੂ ਗੁਰਮੁਖਾਂ ਦੀ ਸੰਗਤ ਕਰਿਆ ਕਰ, ਤੈਨੂੰ ਕੁਝ ਸੋਝੀ ਆਵੇ। ਜਿਹੜੇ ਸਿੱਧੇ ਮਾਰਗ ਤੇ ਚੱਲਣ ਵਾਲੇ ਨੇ ਉਹਨਾਂ ਦੀ ਸੰਗਤ ਕਰਿਆ ਕਰ, ਤੇ ਜਾਂ ਫਿਰ ਉਹਦੇ ਗੁਣ ਗਾ। ਤੈਨੂੰ ਇਹ ਜਨਮ ਦਿੱਤਾ ਕਾਹਦੇ ਲਈ ਸੀ? ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਨਾਮ ਜਿਹੜਾ ਆ ਉਹ ਜਾਂ ਤੇ ਗੁਰਮੁਖਾਂ ਦੀ ਸੰਗਤ ਕਰ, ਤੈਨੂੰ ਜੀਵਨ ਦੀ ਜਾਂਚ ਆਵੇ, ਤੇ ਜਾਂ ਫਿਰ ਉਹਦੇ ਬੈਠ ਕੇ ਗੁਣ ਜਿਹੜੇ ਆ ਉਹ ਤੂੰ ਗਾਇਆ ਕਰ। ਪਰ ਜਿਹੜੇ ਮਾਰਗ ਤੂੰ ਤੁਰਿਆ ਹੋਇਆ ਇੱਥੇ ਮੰਜ਼ਲ ਨਹੀਂ ਮਿਲੇਗੀ, ਸਗੋਂ ਤੂੰ ਮਾੜੇ ਕਰਮ ਕਰ ਕਰਕੇ ਆਪਣਾ ਇਹ ਵੱਡਮੁੱਲਾ ਜਨਮ ਤੂੰ ਗਵਾ ਕੇ ਬਹਿ ਜਾਏਗਾ। ਤੇ ਕਈਆਂ ਨੇ ਆਖਿਆ ਵੀ ਧਨ ਦੌਲਤ ਪਦਾਰਥ ਇੰਨੇ ਨੇ, ਮੁੱਕਦੇ ਹੀ ਕੋਈ ਨਹੀਂ, ਖਾਓ ਤੇ ਰੱਜ ਕੇ ਸੋਵੋ ਤੇ ਰੱਜ ਕੇ ਖਾਓ। ਤੇ ਫਿਰ ਉੱਥੇ ਵੀ ਸਮਝਾਇਆ ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਅਸੀਂ ਸਾਰੀ ਜ਼ਿੰਦਗੀ ਪੁੱਠੇ ਰਸਤੇ ਚੱਲ ਕੇ ਮੈਂ ਹੀ ਕਰਦੇ ਰਹਿ ਜਾਂਦੇ ਆ, ਔਰ ਮੇਰ ਤੇਰ ਵਿੱਚ ਹੀ ਫਸੇ ਰਹਿ ਜਾਂਦੇ ਆ। ਤੇ ਗੁਰਬਾਣੀ ਵਿੱਚ ਕਿਹਾ ਵੀ ਇਹ ਰਸਤਾ ਛੱਡ ਦੇ। ਪ੍ਰਾਣੀ ਕਿਆ ਮੇਰਾ ਕਿਆ ਤੇਰਾ। ਹੁਣ ਇਹ ਮਨ ਨੂੰ ਰੋਜ਼ ਆਵਾਜ਼ ਦਿਓ, ਇਹ ਫਿਰ ਗਲਤ ਰਸਤੇ ਜਾਏਗਾ ਹੀ ਨਹੀਂ, ਇਹ ਪੁੱਠੇ ਰਸਤੇ ਜਾਏਗਾ ਹੀ ਨਹੀਂ। ਇਹ ਜਿੰਨੇ ਲੜਾਈਆਂ ਝਗੜੇ ਵਾਦ ਵਿਵਾਦ ਸਾਰੇ ਹੀ ਮੁੱਕ ਜਾਣਗੇ ਜੇ ਰੋਜ਼ ਮਨ ਨੂੰ ਕਹੀਏ ਵੀ ਮਨ ਕੀ ਮੇਰਾ ਤੇ ਕੀ ਤੇਰਾ। ਇਹ ਮੇਰ ਤੇਰ ਛੱਡ ਦੇ। ਰੋਟੀ ਤਾਂ ਜਿਹੜੀ ਹੈ ਉਹ ਜਿੰਨੇ ਵੀ ਸੰਸਾਰ ਵਿੱਚ ਪਸ਼ੂ ਨੇ, ਜਾਨਵਰ ਨੇ, ਪੰਛੀ ਨੇ, ਇਹ ਜਿੰਨੇ ਵੀ ਨੇ, ਇਹਨਾਂ ਘਰ ਤਾਂ ਇਹ ਵੀ ਬਣਾ ਲੈਂਦੇ ਨੇ। ਇੱਕ ਇੱਕ ਤੀਲਾ ਜੋੜ ਕੇ ਤੇ ਆਲਣਾ ਤੇ ਇਹ ਵੀ ਰਹਿਣ ਲਈ ਬਣਾ ਲੈਂਦੇ ਨੇ। ਪਰਿਵਾਰ ਬੱਚੇ ਤਾਂ ਇਹਨਾਂ ਦੇ ਵੀ ਸਮਾਜ ਵਿੱਚ ਵੇਖਣ ਨੂੰ ਮਿਲਦੇ ਨੇ, ਤੇ ਖਾਣ ਵਾਸਤੇ ਦਾਣੇ ਤਾਂ ਇਹਨਾਂ ਨੂੰ ਵੀ ਮਿਲਦੇ ਨੇ, ਜਾਂ ਇਹ ਵੀ ਚੁੱਗ ਕੇ ਦਾਣੇ ਆਪਣੇ ਆਲਣੇ ਵਿੱਚ ਲੈ ਆਉਂਦੇ ਨੇ। ਪਰਿਵਾਰ ਤਾਂ ਇਹ ਵੀ ਪਾਲ ਲੈਂਦੇ ਨੇ। ਤੂੰ ਕੋਈ ਅਨੋਖਾ ਕਰਮ ਨਹੀਂ ਕਰ ਰਿਹਾ। ਰੋਟੀ ਅੱਜ ਦੀ ਹਾਲਤ ਕੀ ਹੈ ਮੈਨੂੰ ਮਾਫ ਕਰਿਆ ਜੇ, ਅੱਜ ਬੰਦੇ ਨੂੰ ਰੋਟੀ ਮਿਲੇ ਨਾ ਮਿਲੇ, ਜਾਨਵਰ ਘਰ ਪਾਲਿਆ ਹੁੰਦਾ ਨਾ ਉਹਨੂੰ ਵਧੀਆ ਖਾਣ ਨੂੰ ਮਿਲਦਾ ਹੈ। ਘਰ ਵਿੱਚ ਭਾਵੇਂ ਬੰਦੇ ਨੂੰ ਰੋਟੀ ਨਾ ਮਿਲੇ ਪਰ ਉਹਨੂੰ ਜ਼ਰੂਰ ਮਿਲਦੀ ਹੈ। ਉਹਨੂੰ ਭਾਵੇਂ ਪੱਖਾ ਵੀ ਜਿਹੜਾ ਹੈ ਉਹਦੀ ਹਵਾ ਨਾ ਮਿਲੇ, ਪਰ ਜਿਹੜਾ ਅਸੀਂ ਜਾਨਵਰ ਪਾਲਿਆ ਉਹਨੂੰ ਏਸੀ ਰੂਮ ਮਿਲਦਾ ਹੈ।
ਮਖਮਲੀ ਗੱਦਿਆਂ ਤੇ ਨਾਲ ਉਹ ਬਜ਼ੁਰਗ ਘਰ ਦਾ ਇੱਕ ਸਾਈਡ ਤੇ ਸੁੱਤਾ ਹੁੰਦਾ ਹੈ, ਤੇ ਜਿਹੜਾ ਘਰ ਵਿੱਚ ਅਸੀਂ ਜਾਨਵਰ ਪਾਲਿਆ, ਸਿੱਧੇ ਸ਼ਬਦਾਂ ਵਿੱਚ ਜਿਹੜਾ ਕੂਕਰ ਕੁੱਤਾ ਪਾਲਦੇ ਆ, ਉਹ ਸਾਡੇ ਨਾਲ ਮਖਮਲੀ ਗੱਦਿਆਂ ਤੇ ਸੁੱਤਾ ਹੁੰਦਾ ਹੈ, ਤੇ ਘਰ ਦਾ ਬਜ਼ੁਰਗ ਇੱਕ ਸਾਈਡ ਤੇ ਪਿਆ ਹੁੰਦਾ ਹੈ। ਉਹਦੇ ਲਈ ਵਧੀਆ ਖਾਣ ਦਾ ਪ੍ਰਬੰਧ, ਵਧੀਆ ਨਹਾਉਣ ਦਾ ਪ੍ਰਬੰਧ, ਵਧੀਆ ਰਹਿਣ ਦਾ ਪ੍ਰਬੰਧ। ਫਿਰ ਬੰਦਿਆ ਤੇਰੇ ਨਾਲੋਂ ਤੇ ਉਹ ਚੰਗਾ ਹੋ ਗਿਆ। ਅਸੀਂ ਮੇਰ ਤੇਰ ਵਿੱਚ ਫਸੇ ਹੋਏ ਆ, ਫਿਰ ਇਹਦੇ ਨਾਲੋਂ ਤਾਂ ਉਹਦੀ ਜ਼ਿੰਦਗੀ ਵਧੀਆ ਹੋ ਗਈ ਸਾਡੇ ਨਾਲੋਂ। ਪਰ ਜਦ ਕਿ ਮਨੁੱਖਾ ਜਨਮ ਜਿਹੜਾ ਇਹ ਵੱਡਮੁੱਲਾ ਹੈ, ਇਹ ਉੱਤਮ ਜਨਮ ਹੈ, ਪਰ ਜਦੋਂ ਅਸੀਂ ਉਹਨਾਂ ਨੂੰ ਵੇਖਦੇ ਹਾਂ, ਬੰਦਾ ਕਹਿੰਦਾ ਮੇਰੇ ਨਾਲੋਂ ਤੇ ਇਹ ਹੀ ਚੰਗਾ ਨਿਕਲਿਆ। ਇਸ ਲਈ ਅਸੀਂ ਜਿਹੜੇ ਰਾਹ ਪੈ ਗਏ ਆ, ਉਸ ਰਾਹ ਤੇ ਸਮਝਾਉਣ ਲਈ ਸਾਨੂੰ ਇਸ ਤਰ੍ਹਾਂ ਦੇ ਹਲੂਣੇ ਦਿੱਤੇ ਗਏ ਨੇ ਕਿ ਮਨ ਕਿਤੇ ਸਾਡਾ ਸਮਝ ਜਾਏ, ਮਨ ਕਿਤੇ ਸਾਡਾ ਸੁਧਰ ਜਾਏ। ਇਸ ਲਈ ਬਾਣੀ ਦੇ ਅੰਦਰ ਜਿਹੜਾ ਉਹ ਸਮਝਾਇਆ ਗਿਆ, ਮਨ ਨੂੰ ਮੂਰਖ ਵੀ ਕਿਹਾ ਗਿਆ ਕਿ ਮਨ ਤੂੰ ਸਿਆਣਾ ਬਣ, ਮੂਰਖ ਨਾ ਬਣ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਤਰਵਰ ਕਹਿੰਦੇ ਦਰਖਤ, ਪੰਖ ਕਹਿੰਦੇ ਪੰਛੀ। ਜਿਵੇਂ ਇੱਕ ਦਰਖਤ ਉਤੇ ਪੰਛੀ ਦਾ ਵਸੇਵਾ ਨਾ, ਤੇਰਾ ਵੀ ਇਸ ਧਰਤੀ ਤੇ ਵਸੇਵਾ ਇਦਾਂ ਦਾ ਹੀ ਹੈ। ਜਦੋਂ ਉਡਾਰੀ ਮਾਰਨੀ ਹੈ, ਤੇਰਾ ਆਲਣਾ ਨਹੀਂ ਨਾਲ ਜਾਣਾ, ਤੇਰਾ ਘਰ ਬਾਹਰ ਨਹੀਂ ਜਾਣਾ, ਉਹ ਤੇ ਇੱਥੇ ਹੀ ਰਹਿ ਜਾਣਾ ਹੈ। ਫਿਰ ਤੇ ਦੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ, ਤੇ ਫਿਰ ਤੂੰ ਸਾਰੀ ਜ਼ਿੰਦਗੀ ਕੀ ਖੱਟਿਆ ਤੇ ਕੀ ਗਵਾਇਆ। ਬਾਹਰ ਦੇ ਹਿਸਾਬ ਕਿਤਾਬ ਤੇ ਆਪਾਂ ਲਾਉਂਦੇ ਹੀ ਆ ਨਾ, ਕਦੇ ਅੰਦਰ ਦਾ ਵੀ ਹਿਸਾਬ ਲਾ ਕੇ ਵੇਖਿਓ ਕਿ ਮੇਰੀ ਹੁਣ ਤੱਕ ਜ਼ਿੰਦਗੀ ਦੇ ਕਿੰਨੇ ਸਵਾਸ ਮੇਰੀ ਜ਼ਿੰਦਗੀ ਦੇ ਨਿਕਲ ਗਏ ਨੇ, ਕਿੰਨੇ ਮੈਂ ਆਪਣੀ ਜ਼ਿੰਦਗੀ ਦੇ ਸਮੇਂ, ਸਾਲ ਕਹਿ ਲਓ, ਘੜੀਆਂ ਕਹਿ ਲਓ, ਦਿਨ ਕਹਿ ਲਓ, ਪਲ, ਮੈਂ ਕਿੰਨੇ ਹੁਣ ਤੱਕ ਗਵਾ ਲਏ, ਤੇ ਮੈਂ ਖੱਟਿਆ ਕੀ ਹੈ। ਜਿਹੜਾ ਲਾਹਾ ਮੈਂ ਲੈਣ ਵਾਸਤੇ ਆਇਆ ਸੀ, ਉਹ ਲਾਹਾ ਲੈ ਲਿਆ। ਜੇ ਲੈ ਲਿਆ ਤਾਂ ਮੁਬਾਰਕ ਹੈ ਉਹਨਾਂ ਨੂੰ। ਜਿਨ੍ਹਾਂ ਨੇ ਗੁਰਮੁਖ ਬਣ ਕੇ ਇਹ ਲਾਹਾ ਜ਼ਿੰਦਗੀ ਦਾ ਖੱਟ ਲਿਆ, ਮਹਾਰਾਜ ਕਹਿੰਦੇ ਉਹਦੀ ਤਾਂ ਧੂੜ ਮੰਗਿਆ ਕਰੋ। ਜਨ ਨਾਨਕ ਧੂੜ ਮੰਗੈ, ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਕਹਿੰਦੇ ਉਹਦੀ ਤਾਂ ਧੂੜੀ ਮੰਗਿਆ ਕਰੋ, ਭਾਵ ਉਹਦੀ ਸੰਗਤ ਮੰਗਿਆ ਕਰੋ। ਕਿਤੇ ਗੁਰਮੁਖਾਂ ਦੀ ਸੰਗਤ 'ਚ ਬੈਠ ਕੇ ਸਾਨੂੰ ਵੀ ਆਤਮਿਕ ਲਾਹਾ ਲੈਣਾ ਆ ਜਾਏ। ਇਸ ਲਈ ਕਬੀਰ ਜੀ ਕਹਿੰਦੇ, ਜਿਹੜੇ ਮਾਰਗ ਤੂੰ ਤੁਰਿਆ ਛੱਡ ਦੇ ਇਹ ਮਾਰਗ, ਕਹਿ ਸੰਗਤ ਕਰ ਸਾਧ ਕੀ, ਕਹਿ ਹਰ ਕੇ ਗੁਣ ਗਾਏ, ਆਹ ਵਾਲਾ ਰਸਤਾ ਆਪਣਾ। ਜੇ ਚੰਗੇ ਗੁਣਾਂ ਦਾ ਧਾਰਨੀ ਬਣਨਾ ਚਾਹੁੰਦਾ ਹੈ, ਇਹ ਅਵਗੁਣਾ ਵਾਲਾ ਰਸਤਾ ਛੱਡ ਦੇ। ਇਹ ਪੁੱਠਾ ਰਸਤਾ ਹੈ, ਇਹ ਮਾੜਾ ਰਸਤਾ ਹੈ, ਇਹ ਛੱਡ ਦੇ। ਸਾਨੂੰ ਕੋਈ ਮਾੜੀ ਸੰਗਤ ਵਿੱਚ ਲਿਜਾਣ ਲਈ ਪ੍ਰੇਰ ਦੇਵੇ, ਪ੍ਰੇਰੇ, ਉਹਦਾ ਸੰਗ ਹੀ ਛੱਡ ਦਿਓ। ਸਾਨੂੰ ਕੋਈ ਗੁਰਮੁਖਾਂ ਦੀ ਨੇਕ ਜੀਵਨ ਵਾਲਿਆਂ ਦੀ ਸੰਗਤ ਵੱਲ ਨੂੰ ਪ੍ਰੇਰੇ, ਤਾਂ ਉਹ 2 ਕਦਮ ਉਹਦੇ ਨਾਲੋਂ ਅੱਗੇ ਹੋ ਕੇ ਚੱਲੋ ਕਿ ਮੈਂ ਇਸ ਰਸਤੇ ਚੱਲ ਕੇ ਆਪਣਾ ਜੀਵਨ ਸੰਵਾਰਨਾ ਹੈ। ਪਰ ਹਾਲਤ ਸਾਡੀ ਜਿਹੜੀ ਆ ਉਹ ਇਹ ਹੋ ਚੁੱਕੀ ਹੈ। ਗੁਰਬਾਣੀ ਵਿੱਚ ਹੀ ਗੁਰੂ ਸਾਹਿਬ ਕਹਿੰਦੇ, ਰੇ ਮੂੜੇ, ਕਹਿਣ ਲੱਗੇ ਹੇ ਮੂਰਖ ਪ੍ਰਾਣੀ, ਜਿਹੜਾ ਤੂੰ ਲਾਹਾ ਖੱਟਣਾ ਸੀ ਨਾ, ਲਾਹਾ, ਉਹਦੇ ਵਿੱਚ ਤੂੰ ਢਿੱਲ ਮੱਠ ਕਰਨ ਲੱਗ ਪਿਆ, ਤੇ ਜਿੱਥੇ ਤੈਨੂੰ ਘਾਟਾ ਪੈਣਾ ਸੀ ਉੱਥੇ ਤੂੰ ਭੱਜ ਭੱਜ ਕੇ ਜਾਂਦਾ, ਦੌੜ ਦੌੜ ਕੇ ਜਾਂਦਾ। ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ, ਟੋਟੇ ਕੋ ਬੇਗ ਧਾਇਆ। ਟੋਟੇ ਦਾ ਅਰਥ ਜਿੱਥੇ ਘਾਟਾ ਪੈਣਾ ਸੀ ਨਾ, ਬੇਗ ਧਾਇਆ। ਬੇਗ ਦਾ ਅਰਥ ਬੜੀ ਤੇਜ਼ੀ ਨਾਲ, ਸਪੀਡ ਨਾਲ, ਵੀ ਕਿਤੇ ਮੈਂ ਪਿੱਛੇ ਨਾ ਰਹਿ ਜਾਵਾਂ, ਕਿਤੇ ਦੇਰੀ ਨਾ ਹੋ ਜਾਏ, ਮੇਰੇ ਤੋਂ ਪਹਿਲਾਂ ਕੋਈ ਹੋਰ ਨਾ ਉੱਥੇ ਪਹੁੰਚ ਜਾਏ। ਬੇਗ, ਬੇਗ ਦਾ ਅਰਥ ਹੈ ਬੜੀ ਤੇਜ਼ੀ ਨਾਲ, ਪੂਰੀ ਸਪੀਡ ਨਾਲ ਉੱਥੇ ਪਹੁੰਚ ਜਾਂਦਾ ਹੈ ਜਿੱਥੇ ਕੋਈ ਮਾੜਾ ਕਰਮ ਕਰਨਾ ਹੋਵੇ, ਜਿੱਥੇ ਜ਼ਿੰਦਗੀ ਦਾ ਆਤਮਿਕ ਘਾਟਾ ਪੈਣਾ ਹੋਵੇ, ਆਤਮਿਕ ਤਲ ਤੇ ਜਿੱਥੇ ਨੁਕਸਾਨ ਹੋਣਾ ਹੋਵੇ, ਜਿੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਸੰਗਤ ਹੈ, ਉੱਥੇ ਕਹਿੰਦੇ ਟੋਟਾ ਘਾਟਾ ਪੈਣਾ ਸੀ, ਉੱਥੇ ਬੇਗ ਧਾਇਆ, ਦੌੜ ਕੇ ਗਿਆ ਵੀ ਮੈਂ ਨਾ ਪਿੱਛੇ ਕਿਤੇ ਰਹਿ ਜਾ। ਹੇ ਮੂਰਖ ਪ੍ਰਾਣੀ, ਜਿੱਥੇ ਲਾਹਾ ਲੈਣਾ ਸੀ ਉੱਥੇ ਤੂੰ ਟਿਕਿਆ ਹੀ ਕੋਈ ਨਹੀਂ। ਮੁਬਾਰਕ ਹੈ ਤੁਹਾਨੂੰ, ਤੁਸੀਂ ਆ ਕੇ ਗੁਰੂ ਚਰਨਾਂ 'ਚ ਗੁਰਮੁਖਾਂ ਦੀ ਸੰਗਤ ਵਿੱਚ ਟਿਕਦੇ ਹੋ। ਪਰ ਕਈਆਂ ਦੀ ਹਾਲਤ ਹੁੰਦੀ ਹੈ ਉਹ ਨਹੀਂ ਟਿਕਦੇ, ਉਹ ਕਹਿੰਦੇ ਬੜਾ ਔਖਾ ਹੈ ਸੰਗਤ ਵਿੱਚ ਬੈਠ ਕੇ ਬਾਣੀ ਸੁਣਨੀ, ਬੜੀ ਔਖੀ ਲੱਗਦੀ ਹੈ ਸਾਨੂੰ।
ਸਾਡੇ ਕੋਲੋਂ ਅਖਬਾਰ 4-4 ਵਾਰੀ ਪੜ੍ਹਾ ਲਓ, ਪੜ੍ਹ ਲਾਂਗੇ। ਕੋਈ ਨਾਵਲ, ਕੋਈ ਕਹਾਣੀ ਪੜ੍ਹਨੀ ਹੈ ਅਸੀਂ ਪੜ੍ਹ ਲਾਂਗੇ। ਕੋਈ ਸੀਰੀਅਲ ਵੇਖਣਾ ਸਾਰੀ ਸਾਰੀ ਦਿਹਾੜੀ ਬਿਠਾ ਕੇ, ਕੋਈ ਫਿਲਮ ਵੇਖਣੀ ਹੈ ਵੇਖ ਲਾਂਗੇ। ਪਰ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਨਾ ਬੜਾ ਔਖਾ ਲੱਗਦਾ ਹੈ। ਬਾਣੀ ਸੁਣਨੀ ਬੜੀ ਔਖੀ ਲੱਗਦੀ ਹੈ। ਜਾਪ ਕਰਨਾ ਬੜਾ ਹੀ ਔਖਾ ਲੱਗਦਾ ਹੈ। ਇਸ ਲਈ ਸਾਨੂੰ ਅੱਜ ਗੁਰੂ ਨਾਨਕ ਸਾਹਿਬ ਜੀ ਨੇ ਇਹ ਹਲੂਣਾ ਦੇਣ ਵਾਸਤੇ ਇਹ ਸ਼ਲੋਕ ਰੂਪ ਵਿੱਚ ਮਨ ਨੂੰ ਸਮਝਾਇਆ। ਇੱਕ ਗੱਲ ਹੋਰ ਧਿਆਨ ਵਿੱਚ ਰੱਖਣਾ, ਆਪ ਜੀ ਬਾਣੀ ਦਾ ਅਭਿਆਸ ਕਰਨ ਵਾਲੇ ਹੋ, ਗੁਰਬਾਣੀ ਜਦੋਂ ਆਪ ਜੀ ਪੜ੍ਹਦੇ ਹੋ ਜਾਂ ਤੇ ਪਰਮੇਸ਼ਵਰ ਦੀ ਗੱਲ ਕੀਤੀ ਹੈ, ਉਹਦਾ ਗਿਆਨ ਦਿੱਤਾ ਹੈ ਵੀ ਨਿਰੰਕਾਰ ਕੀ ਹੈ, ਜਾਂ ਫਿਰ ਜਿਸ ਗੁਰੂ ਨਾਲ ਜੁੜਨਾ ਉਸ ਗੁਰੂ ਵਿੱਚ ਕੀ ਵਡਿਆਈਆਂ ਕੀ ਖਾਸੀਅਤ ਹੈ, ਤੇ ਜਾਂ ਫਿਰ ਸੰਸਾਰ ਵਿੱਚ ਜਿਹੜੇ ਵਿਕਾਰ ਨੇ ਉਹਨਾਂ ਦੀ ਗੱਲ ਕੀਤੀ, ਮਨਮੁਖਾਂ ਦੀ ਕੀਤੀ ਤੇ ਗੁਰਮੁਖਾਂ ਦੀ ਕੀਤੀ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜਿਉ। ਤੇ ਜਾਂ ਫਿਰ ਸਾਨੂੰ ਇਹ ਕਿਹਾ ਵੀ ਜਦੋਂ ਬਾਣੀ ਪੜ੍ਹੇ ਉਦੋਂ ਆਪਣੇ ਮਨ ਨੂੰ ਆਵਾਜ਼ ਦੇ ਕੇ ਪੜ੍ਹੇ ਵੀ ਮਨਾ ਆਹ ਕੰਮ ਛੱਡ ਦੇ ਤੇ ਆਹ ਕੰਮ ਕਰਿਆ ਕਰ। ਅੱਜ ਦਾ ਇਹ ਸ਼ਲੋਕ ਕਿਸੇ ਵਾਸਤੇ ਨਹੀਂ, ਸਾਡੇ ਆਪਣੇ ਮਨ ਵਾਸਤੇ ਹੈ। ਆਪਣੇ ਆਪਣੇ ਮਨ ਨੂੰ ਆਪਾਂ ਕਹਿਣਾ ਤੇ ਕਿਹਦੇ ਰਾਹੀਂ ਕਹਿਣਾ? ਸਤਿਗੁਰੂ ਦੇ ਰਾਹੀਂ। ਬਾਹਰ ਜਾਉ ਗੁਰ ਆਪਣੇ ਉਪਰ, ਜਿਨ ਹਰ ਹਰ ਨਾਮ ਦ੍ਰਿੜਾਇਆ। ਕਹਿਣ ਲੱਗੇ ਮੈਂ ਆਪਣੇ ਗੁਰੂ ਤੋਂ ਬਲਿਹਾਰੇ ਜਾਵਾਂ, ਮੈਂ ਆਪਣੇ ਗੁਰੂ ਤੋਂ ਸੱਦ ਕੇ ਜਾਵਾਂ ਜਿਨੇ ਮੈਨੂੰ ਅੰਦਰ ਨਾਮ ਦ੍ਰਿੜ ਕਰਵਾ ਦਿੱਤਾ, ਜਿਨੇ ਮੈਨੂੰ ਭੁੱਲੇ ਹੋਏ ਭਟਕੇ ਨੂੰ ਸਿੱਧਾ ਮਾਰਗ ਦਿਖਾ ਦਿੱਤਾ। ਮੈਂ ਉਸ ਗੁਰੂ ਤੋਂ ਸੱਦ ਕੇ ਜਾਵਾਂ। ਹੁਣ ਸ਼ਲੋਕ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ, ਪਰ ਸਮਝਾਉਣਾ ਅਸੀਂ ਆਪਣੇ ਆਪਣੇ ਮਨ ਨੂੰ ਹੈ। ਸੰਬੋਧਨ ਅਸੀਂ ਆਪਣੇ ਆਪਣੇ ਮਨ ਨੂੰ ਕਰਨਾ ਹੈ। ਗੁਰੂ ਨਾਨਕ ਸਾਹਿਬ ਜੀ ਅੱਜ ਦੇ ਇਸ ਬਚਨਾਂ ਵਿੱਚ ਮਨ ਨੂੰ ਸਮਝਾਉਂਦਿਆਂ ਕਹਿ ਰਹੇ ਨੇ, ਰੇ ਮਨ। ਇਹ ਜਦੋਂ ਅਸੀਂ ਬਾਣੀ ਪੜ੍ਹਨੀ ਹੈ ਨਾ ਆਪ, ਉਦੋਂ ਆਪਣੇ ਆਪਣੇ ਮਨ ਨੂੰ ਕਹਿਣਾ, ਇਹ ਮਨ ਮੇਰਿਆ, ਇਹ ਮਨ ਮੇਰੇ, ਡੀਗ ਨਾ ਡੋਲੀਐ, ਡਿੱਗ ਕੇ ਐਵੇਂ ਡੋਲ ਨਾ, ਠੇਡੇ ਨਾ ਖਾ, ਐਵੇਂ ਭਟਕ ਨਾ। ਕਿਉਂਕਿ ਮਨ ਹੀ ਨਹੀਂ ਸਿੱਧੇ ਰਾਹ ਪਾਉਣਾ, ਮਨ ਨਹੀਂ ਸਾਨੂੰ ਜਿਹੜਾ ਗਲਤ ਰਸਤੇ ਪਾਉਣਾ। ਸਰੀਰ ਨੇ ਤਾਂ ਉਸ ਪਾਸੇ ਚੱਲਣਾ ਜਿਸ ਪਾਸੇ ਮਨ ਨੇ ਕਹਿਣਾ। ਗੱਡੀ ਨੇ ਤੇ ਉਸੇ ਪਾਸੇ ਮੁੜਨਾ ਜਿਸ ਪਾਸੇ ਡਰਾਈਵਰ ਨੇ ਮੋੜਨਾ। ਹੁਣ ਉਹ ਖੱਬੇ ਮੁੜ ਜਾਏ, ਸੱਜੇ ਮੁੜ ਜਾਏ, ਸਿੱਧਾ ਚਲਾ ਜਾਏ, ਉਹ ਕਿਉਂਕਿ ਚਲਾਉਣ ਵਾਲਾ ਤੇ ਜਿਹੜਾ ਡਰਾਈਵਰ ਹੈ ਨਾ ਉਹਦੇ ਹੱਥ ਹੀ ਹੈ। ਉਹਨੇ ਖੱਬੇ ਮੋੜਨਾ, ਸੱਜੇ ਮੋੜਨਾ, ਉਹਨੇ ਜਿਹੜਾ ਉਹਨੂੰ ਤੇਜ਼ ਲੈ ਜਾਣਾ ਜਾਂ ਹੌਲੀ ਲੈ ਜਾਣਾ, ਉਹ ਤਾਂ ਉਹਦੇ ਹੱਥ ਹੈ। ਇਸ ਲਈ ਮਨ ਹੈ, ਮਨ ਭਾਵੇਂ ਸਾਨੂੰ ਮਾੜੀ ਸੰਗਤ ਵਿੱਚ ਲੈ ਜਾਏ, ਮਨ ਭਾਵੇਂ ਸਾਨੂੰ ਚੰਗੀ ਸੰਗਤ ਵਿੱਚ ਲੈ ਜਾਏ, ਮਨ ਭਾਵੇਂ ਸਾਨੂੰ ਨਸ਼ਿਆਂ ਵਾਲੇ ਪਾਸੇ ਲੈ ਜਾਏ ਤੇ ਮਨ ਭਾਵੇਂ ਸਾਨੂੰ ਅੰਮ੍ਰਿਤ ਵਾਲੇ ਪਾਸੇ ਲੈ ਆਏ, ਮਨ ਭਾਵੇਂ ਸਾਨੂੰ ਸੱਚ ਦੇ ਰਾਹ ਤੇ ਤੋਰ ਦੇਵੇ ਤੇ ਭਾਵੇਂ ਝੂਠ ਦੇ ਰਾਹ ਤੋਰੇ। ਸਰੀਰ ਨੇ ਤਾਂ ਉਸੇ ਪਾਸੇ ਤੁਰਨਾ ਜਿੱਥੇ ਮਨ ਨੇ ਤੁਰਨਾ ਹੈ। ਦੇਖੋ, ਮਨ ਨੂੰ ਪਵਿੱਤਰ ਕਰਨਾ, ਅਸੀਂ ਤਨ ਨੂੰ ਨਹੀਂ, ਕਿਉਂਕਿ ਤਨ ਦੇ ਤਲ ਤੇ ਜਿਉਣ ਕਰਕੇ ਅਸੀਂ ਤਨ ਨੂੰ ਹੀ ਪਵਿੱਤਰ ਕਰਨ 'ਚ ਲੱਗੇ ਹੋਏ ਹਾਂ। ਅਸੀਂ ਬਾਹਰ ਦੀ ਸੁਚਮਤਾ ਹੀ ਬਣਾਉਣ 'ਚ ਲੱਗੇ ਹੋਏ ਹਾਂ। ਮੰਨ ਲਓ ਸਾਡੀਆਂ ਅੱਖਾਂ ਦੇ ਵਿੱਚ ਜਾਲੇ ਆ ਗਏ, ਸਾਡੀਆਂ ਅੱਖਾਂ ਵਿੱਚ ਜਾਲੇ ਜਿਹੜੇ ਸੀ ਉਹ ਆ ਗਏ। ਕੀ ਕਰੋਗੇ ਤੁਸੀਂ? ਅੱਖਾਂ 'ਚ ਦਵਾਈ ਪਾਈ, ਅੱਖਾਂ ਸਾਫ਼ ਹੋ ਗਈਆਂ। ਪਰ ਕੀ ਅੱਖਾਂ ਸਾਫ਼ ਹੋਣ ਦੇ ਨਾਲ ਤੁਹਾਡਾ ਮਨ ਵੀ ਸਾਫ਼ ਹੋ ਗਿਆ? ਜਿਹੜੇ ਮਨ ਨੂੰ ਜਾਲੇ ਲੱਗੇ ਹੋਏ ਸਨ ਵਿਕਾਰਾਂ ਦੇ, ਕੀ ਉਹ ਜਾਲੇ ਵੀ ਹਟ ਗਏ ਦਵਾਈਆਂ ਪਾਉਣ ਨਾਲ? ਮਨ ਦੇ ਅੱਖਾਂ ਦੇ ਵਿੱਚ ਗੰਦਗੀ ਤਾਂ ਹਜੇ ਵੀ ਭਰੀ ਪਈ ਹੈ। ਅੱਖਾਂ ਦੇ ਵਿੱਚ ਜਿਹੜੀ ਗੰਦਗੀ ਮਨ ਵਿੱਚੋਂ ਆ ਰਹੀ ਹੈ ਉਹ ਦਵਾਈ ਪਾਉਣ ਨਾਲ ਤਾਂ ਦੂਰ ਨਹੀਂ ਹੋਣੀ। ਕੰਨਾਂ ਦੇ ਵਿੱਚ ਗੰਦਗੀ ਭਰੀ ਪਈ ਹੈ, ਨਿੰਦਾ ਚੁਗਲੀ ਦੀ ਗੰਦਗੀ ਭਰੀ, ਕੂੜ ਦੇ ਬੋਲ ਸੁਣਨ ਦੀ ਗੰਦਗੀ ਭਰੀ ਹੈ। ਤੁਸੀਂ ਕੰਨਾਂ ਨੂੰ ਜਿੰਨਾ ਮਰਜ਼ੀ ਸਫਾਈ ਕਰਾ ਲਓ, ਪਰ ਜਿਹੜੀ ਗੰਦਗੀ ਉਹ ਤਾਂ ਮਨ ਵਿੱਚੋਂ ਆ ਰਹੀ ਹੈ। ਕਈਆਂ ਦੇ ਕਹਿੰਦੇ ਨਾ ਵੀ ਇਹਦੀ ਤਾਂ ਜਿਹੜੀ ਜ਼ੁਬਾਨ ਬੜੀ ਗੰਦੀ ਹੈ। ਕਈ ਵਾਰੀ ਅਸੀਂ ਕਹਿੰਦੇ ਇਹਦੀ ਜਿਹੜੀ ਤੱਕਣੀ ਹੈ, ਇਹਦੀ ਤੱਕਣੀ ਦੇਖਣੀ ਬੜੀ ਗੰਦੀ ਹੈ, ਬੜੀ ਮਾੜੀ ਹੈ। ਇਹਦਾ ਮਤਲਬ ਉਹ ਜਿਹੜੀ ਗੰਦਗੀ ਆ ਰਹੀ ਹੈ ਉਹ ਕਿੱਥੋਂ ਆ ਰਹੀ ਹੈ? ਮਨ ਵਿੱਚੋਂ ਆ ਰਹੀ ਹੈ। ਇਹਦੀ ਜ਼ੁਬਾਨ ਬੜੀ ਭੈੜੀ ਹੈ, ਜਦੋਂ ਵੀ ਬੋਲਦਾ ਹੈ ਮਾੜਾ ਭੈੜਾ ਕੋੜਾ ਬੋਲ ਹੀ ਬੋਲਦਾ ਹੈ।
ਉਹ ਜਿਹੜੀ ਮਨ ਦੇ ਅੰਦਰ ਸਫਾਈ ਕਰਨੀ ਸੀ ਨਾ, ਉਹ ਗੁਰਬਾਣੀ ਨਾਲ ਹੋਣੀ ਸੀ, ਉਹ ਦਵਾਈ ਨਾ ਪਾ ਕੇ ਨਹੀਂ ਸੀ ਹੋਣੀ, ਉਹ ਕਿਸੇ ਬਾਹਰ ਦੇ ਤਰੀਕੇ ਯਤਨ ਨਾਲ ਨਹੀਂ ਸੀ ਹੋਣੀ। ਕਿਉਂਕਿ ਮਹਾਰਾਜ ਕਹਿੰਦੇ ਤਨ ਧੋਤਾ ਮਨ ਹੱਛਾ ਨਾ ਹੋਏ। ਮਨ ਨੂੰ ਹੱਛਾ ਕਰਨ ਵਾਸਤੇ ਸਾਨੂੰ ਗੁਰੂ ਦੀ ਗੱਲ ਸੁਣਨੀ ਪਏਗੀ, ਗੁਰਬਾਣੀ ਸੁਣਨੀ ਪਏਗੀ। ਮਨ ਨਹੀਂ ਸੁਣਦਾ, ਇਹਨੂੰ ਸੁਣਾਉਣਾ ਪਏਗਾ। ਰੋਜ਼ ਰੋਜ਼ ਉੱਠ ਕੇ ਮਨ ਨੂੰ ਗੁਰਬਾਣੀ ਸੁਣਾਉਣੀ ਪਏਗੀ। ਜਿਸ ਦਿਨ ਮਨ ਸੁਣ ਲੇਗਾ ਉਸ ਦਿਨ ਪੁੱਠੇ ਰਸਤੇ ਨਹੀਂ ਜਾਓਗੇ, ਉਸ ਦਿਨ ਮਾੜੇ ਪਾਸੇ ਨਹੀਂ ਜਾਓਗੇ, ਉਸ ਦਿਨ ਮਾੜੀਆਂ ਹਰਕਤਾਂ ਨਹੀਂ ਕਰੋਗੇ, ਮਾੜੇ ਕਰਮ ਨਹੀਂ ਕਰੋਗੇ। ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਸਦਾ ਲਈ ਛੁਟਕਾਰਾ ਪਾ ਲਓਗੇ। ਕਿਉਂਕਿ ਇਹ ਸਾਡਾ ਰਸਤਾ ਨਹੀਂ ਹੈ। ਸਾਡਾ ਰਸਤਾ ਹੈ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਸਾਡਾ ਰਸਤਾ ਸੱਚ ਦਾ ਹੈ। ਇਸ ਲਈ ਕਹਿ ਰਹੇ ਨੇ, ਕਹਿੰਦੇ ਆਪਣੇ ਮਨ ਨੂੰ ਦਿਓ ਆਵਾਜ਼, ਰੇ ਮਨ, ਹੇ ਮੇਰੇ ਮਨ, ਡੀਗ ਨਾ ਡੋਲੀਏ, ਡਿੱਗ ਕੇ ਡੋਲਣਾ। ਤੂੰ ਮਿੰਟ ਬਾਅਦ ਥੱਲੇ ਡਿੱਗ ਜਾਣਾ, ਤੂੰ ਵਿਕਾਰਾਂ ਵਿੱਚ ਡਿੱਗ ਜਾਣਾ। ਕਦੇ ਕਾਮ ਵਿੱਚ ਡਿੱਗ ਗਿਆ, ਕਦੀ ਕ੍ਰੋਧ ਵਿੱਚ ਡਿੱਗ ਗਿਆ, ਤੇ ਜਦੋਂ ਡਿੱਗਦਾ ਤੇ ਫਿਰ ਡੋਲਦਾ ਵੀ ਹੈ, ਫਿਰ ਮੁੜ ਕੇ ਉੱਠਣਾ ਔਖਾ ਹੋ ਜਾਂਦਾ ਹੈ। ਫਿਰ ਲੜ ਖੜਾ ਕੇ ਫਿਰ ਤੂੰ ਡਿੱਗ ਜਾਣਾ, ਕਦੀ ਕਾਮ ਵਿੱਚ, ਕਦੀ ਕ੍ਰੋਧ ਵਿੱਚ, ਕਦੀ ਲੋਭ ਵਿੱਚ, ਕਦੀ ਮੋਹ, ਕਦੀ ਹੰਕਾਰ ਦੇ ਵਿੱਚ। ਕਹਿੰਦੇ ਹੇ ਮਨ, ਡੀਗ ਨਾ ਡੋਲੀਏ, ਐਵੇਂ ਤੂੰ ਡਾਵਾਂ ਡੋਲ ਨਾ ਹੋ, ਐਵੇਂ ਡਿੱਗਦਾ ਨਾ ਫਿਰ। ਕੀ ਕਰ, ਸਿੱਧਾ ਮਾਰਗ ਧਾਓ। ਸਿੱਧਾ ਮਾਰਗ ਜਿਹੜਾ ਤੈਨੂੰ ਦਿੱਤਾ ਨਾ, ਉਹ ਸਿੱਧੇ ਮਾਰਗ ਤੇ ਤੁਰ। ਸਿੱਧਾ ਮਾਰਗ ਕਿਹੜਾ ਹੈ? ਸਤ, ਸੰਤੋਖ, ਦਇਆ, ਧਰਮ ਵਾਲਾ। ਇਸ ਮਾਰਗ ਤੇ ਸਿੱਧਾ ਤੁਰ। ਤੂੰ ਐਵੇਂ ਡਾਵਾਂ ਡੋਲ ਨਾ ਹੋ, ਡਿੱਗਦਾ ਨਾ ਫਿਰ। ਕਾਮੀ ਨਾ ਬਣ, ਕ੍ਰੋਧੀ ਨਾ ਬਣ, ਲੋਭੀ ਨਾ ਬਣ, ਹੰਕਾਰੀ ਨਾ ਬਣ, ਵਿਕਾਰੀ ਨਾ ਬਣ। ਸਿੱਧਾ ਤੁਰਿਆ ਜਾ। ਇਹ ਜਿਹੜੇ ਆਸੇ ਪਾਸੇ ਜਿਹੜਾ ਖੱਬੇ ਸੱਜੇ ਆ ਨਾ, ਇੱਧਰ ਤੂੰ ਝਾਤ ਨਾ ਮਾਰ, ਤੂੰ ਆਪਣਾ ਸਿੱਧਾ ਧਿਆਨ ਦੇ। ਤੇ ਜੇ ਅਸੀਂ ਸਿੱਧਾ ਧਿਆਨ ਨਹੀਂ ਦੇਵਾਂਗੇ, ਫਿਰ ਦੁਰਘਟਨਾ ਤੇ ਹੋਏਗੀ ਹੋਏਗੀ, ਫਿਰ ਕੋਈ ਨਾ ਕੋਈ ਨੁਕਸਾਨ ਤੇ ਹੋਏਗਾ ਹੀ ਹੋਏਗਾ। ਅਸੀਂ ਸਿੱਧਾ ਨਹੀਂ ਤੁਰਦੇ, ਅਸੀਂ ਖੱਬੇ ਸੱਜੇ, ਸਾਡਾ ਧਿਆਨ ਭਟਕਦਾ ਹੈ, ਤਾਂ ਹੀ ਤੇ ਫਿਰ ਕੋਈ ਨਾ ਕੋਈ ਘਟਨਾ ਵਾਪਰਦੀ ਹੈ। ਲਾਹਾ ਲੈਣ ਦੀ ਬਜਾਏ ਘਾਟਾ ਖਾ ਲੈਂਦੇ ਆ। ਆਪਣੇ ਆਪਣੇ ਜੀਵਨ ਨੂੰ ਅਸੀਂ ਸਿੱਧੇ ਮਾਰਗ ਤੇ ਪਾ ਕੇ ਇਹਨੂੰ ਤੋਰੀਏ ਤੇ ਮਨ ਨੂੰ ਕਹੀਏ, ਰੇ ਮਨ ਡੀਗ ਨਾ ਡੋਲੀਐ, ਸਿੱਧੇ ਮਾਰਗ ਧਾਓ। ਜੋ ਗੁਰਬਾਣੀ ਸਾਨੂੰ ਰਾਹ ਦੱਸਦੀ ਹੈ ਨਾ, ਉਸ ਰਾਹ ਤੇ ਚੱਲਣਾ ਕਰ। ਧਾਓ ਦਾ ਅਰਥ ਹੁੰਦਾ ਭੱਜ ਕੇ ਚੱਲ, ਪਿੱਛੇ ਨਾ ਰਹਿ ਜੀ ਕਿਤੇ। ਹੁਣ ਮਨ ਨੂੰ ਇਹ ਕਹਿ ਦੇਣਾ ਤੇ ਮਨ ਸਮਝ ਗਿਆ। ਮਨ ਨੂੰ ਕਹੀਏ ਵੀ ਮਨ ਡੀਗ ਨਾ ਡੋਲੀਏ ਤੇ ਮਨ ਸੁਧਰ ਗਿਆ। ਮਨ ਤੇ ਢੀਠ ਹੈ, ਮਨ ਨੂੰ ਸਮਝਾਉਣਾ ਕੋਈ ਸੌਖੀ ਗੱਲ ਨਹੀਂ ਹੈ। ਇਹ ਵਿਗੜਿਆ ਹੋਇਆ ਮਨ ਹੈ, ਇਹਨੂੰ ਸਮਝਾਉਣ ਵਾਸਤੇ ਬੜਾ ਯਤਨ ਕਰਨਾ ਪਏਗਾ। ਕਈ ਤੇ ਗੁਰਬਾਣੀ ਦਾ ਅਭਿਆਸ ਕਰਨਾ ਹੀ ਛੱਡ ਦਿੰਦੇ ਨੇ, ਕਹਿੰਦੇ ਕੀ ਕਰੀਏ, ਸਾਡਾ ਮਨ ਤੇ ਟਿਕਦਾ ਹੀ ਨਹੀਂ ਪਿਆ। ਕਹਿੰਦੇ ਮਨ ਵਿੱਚ ਫੁਰਨੇ ਹੀ ਇੰਨੇ ਚੱਲਣ ਲੱਗ ਜਾਂਦੇ, ਇੰਨੇ ਚੱਲਣ ਲੱਗ ਜਾਂਦੇ, ਮੈਂ ਪਰੇਸ਼ਾਨ ਹੀ ਹੋ ਜਾਣਾ ਤੇ ਬਾਣੀ ਪੜ੍ਹਨੀ ਛੱਡ ਦਿੰਨਾ, ਗੁਟਕਾ ਸਾਹਿਬ ਬੰਦ ਕਰਕੇ ਇੱਕ ਪਾਸੇ ਹੀ ਰੱਖ ਦਿੰਨਾ। ਕੀ ਕਰਾਂ? ਪਰ ਅਸਲ ਦੇ ਵਿੱਚ ਇਹਨੂੰ ਬਾਰ-ਬਾਰ ਹਲੂਣਾ ਦੇਣਾ ਸੀ। ਆਪਾਂ ਨਿਤਨੇਮ ਜਾਂ ਕੋਈ ਵੀ ਬਾਣੀ ਦਾ, ਸੁਖਮਨੀ ਸਾਹਿਬ ਦੇ ਪਾਠ ਦਾ ਜਾਪ ਕਰਦੇ ਆ, ਉਹ ਗੁਟਕਾ ਸਾਹਿਬ ਬੰਦ ਕਰ, ਉਹ ਤੇ ਚਾਹੁੰਦਾ ਮਨ ਤੇ ਅੱਗੇ ਹੀ ਚਾਹੁੰਦਾ ਵੀ ਤੁਸੀਂ ਕੀਰਤਨ ਨਾ ਸੁਣੋ, ਬਾਣੀ ਨਾ ਸੁਣੋ, ਸੰਗਤ ਵਿੱਚ ਨਾ ਬੈਠੋ। ਮਨ ਤੇ ਅੱਗੇ ਹੀ ਇਹ ਚਾਹੁੰਦਾ ਹੈ। ਤੇ ਜੇ ਅਸੀਂ ਇੱਥੇ ਅੱਕ ਗਏ ਤੇ ਫਿਰ ਮਨ ਨੂੰ ਤਾਂ ਜੋ ਮਿਲਣਾ ਸੀ ਉਹ ਮਿਲ ਗਿਆ। ਅਸੀਂ ਕੀ ਕਰਨਾ ਹੈ? ਆਪਣੀ ਮਤ ਰਾਹੀਂ। ਹੁਣ ਇੱਥੇ ਧਿਆਨ ਰੱਖਿਓ, ਜੇ ਮਨ ਸਰੀਰ ਨੂੰ ਚਲਾਉਂਦਾ ਹੈ ਤੇ ਫਿਰ ਅਸੀਂ ਕਿਹਦੇ ਰਾਹੀਂ ਮਨ ਨੂੰ ਸਮਝਾਉਣਾ ਹੈ? ਮਤ ਦੇ ਰਾਹੀਂ। ਮਤ ਨੂੰ ਕਹੀਏ ਵੀ ਮਤ ਤੂੰ ਇਹਨੂੰ ਹਲੂਣਾ ਦਈ ਚੱਲ, ਦਈ ਚੱਲ, ਕਿਉਂਕਿ ਮਤ ਨਹੀਂ, ਇਹਨੂੰ ਮਤ ਦੇ ਰਾਹੀਂ ਹੀ ਇਹਨੇ ਮਾਰਗ, ਸਿੱਧੇ ਮਾਰਗ ਤੇ ਮਾੜੇ ਰਸਤੇ ਚੱਲਣਾ। ਮਨ ਰੇ ਕੌਣ ਕੁ ਮਤ ਤੈਂ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ। ਉਹ ਜਿਹੜੀ ਰਾਮ ਭਗਤੀ ਸੀ ਉਹ ਸਿੱਧਾ ਮਾਰਗ ਸੀ, ਪਰਦਾਰਾ ਨਿੰਦਿਆ ਰਸ ਰਚਿਓ ਇਹ ਪੁੱਠਾ ਮਾਰਗ ਸੀ, ਇਹ ਗਲਤ ਰਸਤਾ ਸੀ। ਅਸੀਂ ਇਸ ਗਲਤ ਰਸਤੇ ਜਿਹੜਾ ਚੱਲਦੇ ਰਹੇ। ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਅੱਖਾਂ ਰੱਜਦੀਆਂ ਨਹੀਂ, ਰੋਸ਼ਨੀ ਘਟ ਜਾਂਦੀ ਹੈ ਪਰ ਰੱਜਦੀਆਂ ਨਹੀਂ ਅੱਖਾਂ। ਕੰਨ ਸੁਣਨ ਤੋਂ ਜਿਹੜਾ ਉਹ ਸੁਣਨ ਵਾਲੀ ਸ਼ਕਤੀ ਘਟ ਜਾਂਦੀ ਹੈ, ਪਰ ਹਜੇ ਵੀ ਨਿੰਦਾ ਚੁਗਲੀ ਦਾ ਸਵਾਦ ਲੈਣਾ ਚਾਹੁੰਦਾ ਹੈ।
ਜ਼ੁਬਾਨ ਲੜਖੜਾਉਣ ਲੱਗ ਪਈ, ਬੋਲ ਪੂਰੇ ਸਾਫ਼ ਨਿਕਲਦੇ ਨਹੀਂ, ਹਜੇ ਵੀ ਰਸ ਲੈਣਾ ਚਾਹੁੰਦਾ ਹੈ। ਹੱਥ ਪੈਰ ਕੰਬਦੇ ਪਏ ਨੇ, ਹਜੇ ਵੀ ਮਾਰਗ ਪੁੱਠੇ ਮਾਰਗ ਤੇ ਹੀ ਚੱਲਣਾ ਚਾਹੁੰਦਾ ਹੈ। ਇਸ ਲਈ ਅਸੀਂ ਮਤ ਨੂੰ, ਹੁਣ ਮਤ ਕਿਹੜੀ ਚਾਹੀਦੀ ਹੈ? ਗੁਰਮਤ। ਗੁਰੂ ਦੀ ਮਤ ਰਾਹੀਂ ਮਨ ਨੂੰ ਹਲਾਉਣਾ, ਦਈ ਚੱਲੋ ਦਈ ਚੱਲੋ, ਕਿਤੇ ਨਾ ਕਿਤੇ ਮਨ ਸੁਧਰ ਜਾਏਗਾ, ਸਮਝ ਜਾਏਗਾ। ਪਰ ਜੇ ਆਪਾਂ ਗੁਰਬਾਣੀ ਪੜ੍ਹਨੀ ਛੱਡ ਦਿਆਂਗੇ, ਫਿਰ ਮਤ ਕਿੱਥੋਂ ਲਾਵਾਂਗੇ ਅਸੀਂ? ਫਿਰ ਸਾਨੂੰ ਮਤ ਕਿਹਨੇ ਦੇਣੀ ਹੈ? ਜੇ ਆਪਣੀ ਮਤ ਨਾਲ ਚੱਲਾਂਗੇ ਤੇ ਫਿਰ ਮਨ ਜਿਹੜਾ ਇਹ ਹੋਰ ਵਿਗੜ ਜਾਏਗਾ। ਮਨ ਰੇ ਕੌਣ ਕੁਮਤ, ਸਾਡੀ ਮਤ ਚੰਗੀ ਨਹੀਂ, ਸਾਡੀ ਤਾਂ ਕੁਮਤ ਹੈ, ਭੈੜੀ ਮਤ ਹੈ। ਤੇ ਭੈੜੀ ਮਤ ਨੇ ਮਨ ਨੂੰ ਫਿਰ ਮਤ ਵੀ ਉਦਾਂ ਦੀ ਦੇਣੀ ਹੈ। ਅਸੀਂ ਗੁਰੂ ਦੀ ਮਤ ਲੈ ਕੇ ਗੁਰਮਤ ਦੇ ਧਾਰਨੀ ਬਣ ਕੇ ਮਨ ਨੂੰ ਸਮਝਾਉਣਾ। ਤੇ ਜੇ ਗੁਰੂ ਦਾ ਪੱਲਾ ਹੀ ਛੱਡ ਦਿਓਗੇ, ਫਿਰ ਮਤ ਕੌਣ ਦੇਗਾ ਤੁਹਾਨੂੰ? ਫਿਰ ਤੁਹਾਨੂੰ ਕੌਣ ਸਮਝਾਏਗਾ? ਜੇ ਅਸੀਂ ਗੁਰੂ ਦਾ ਦਰ ਹੀ ਛੱਡ ਕੇ ਬਹਿ ਗਏ ਤਾਂ। ਧਿਆਨ ਦੇਣਾ। ਹੁਣ ਗੁਰੂ ਦੀ ਮਤ ਕੀ ਕਹਿ ਰਹੀ ਹੈ? ਗੁਰੂ ਦੀ ਮਤ ਕਹਿੰਦੀ, ਰੇ ਮਨ ਡੀਗ ਨ ਡੋਲੀਐ, ਸਿੱਧੇ ਮਾਰਗ ਧਾਓ। ਧਾਓ ਦਾ ਅਰਥ ਹੁੰਦਾ ਭੱਜ ਕੇ ਜਾ, ਕਿਤੇ ਰਹਿ ਨਾ ਜਾਈਂ, ਦੌੜ ਕੇ ਜਾ। ਕਈਆਂ ਥਾਵਾਂ ਤੇ ਇਹ ਵੀ ਵੇਖਣ ਨੂੰ ਮਿਲਿਆ, ਮਾਫ ਕਰਨਾ, ਤੁਹਾਡਾ ਆਉਣਾ ਮੁਬਾਰਕ ਹੈ ਗੁਰੂ ਘਰ ਦੇ ਵਿੱਚ, ਮੁਬਾਰਕ ਹੈ ਤੁਹਾਡਾ ਆਉਣਾ। ਪਰ ਕਈ ਥਾਵਾਂ ਤੇ ਵੇਖਣ ਨੂੰ ਮਿਲਦਾ ਹੈ, ਬੰਦਾ ਕਹਿੰਦਾ 1 ਘੰਟਾ ਉੱਥੇ ਕੀਰਤਨ ਹੋਣਾ ਜਾਂ 2 ਘੰਟੇ ਉੱਥੇ ਪ੍ਰੋਗਰਾਮ ਜਿਹੜਾ ਹੋਣਾ, ਇਹ ਆਪਾਂ ਉਦੋਂ ਚੱਲਾਂਗੇ ਜਦੋਂ ਆਨੰਦ ਸਾਹਿਬ ਪੜ੍ਹਨ ਦਾ ਸਮਾਂ ਹੋਏਗਾ। ਪਹਿਲਾਂ ਜਾ ਕੇ ਕੀ ਕਰਨਾ? ਉੱਥੇ 1 ਘੰਟਾ 2 ਘੰਟੇ ਜੋ ਕੀਰਤਨ ਸਮਾਗਮ ਚੱਲਣਾ ਹੈ, ਪਹਿਲਾਂ ਜਾ ਕੇ ਉੱਥੇ ਕੀ ਕਰਨਾ ਹੈ ਆਪਾਂ? ਅਸੀਂ ਚੱਲਣਾ ਹੀ ਉਦੋਂ ਹੈ ਜਦੋਂ ਸਮਾਪਤੀ ਹੋਣੀ ਹੈ ਤੇ ਖਾਣ ਪੀਣ ਦਾ ਪ੍ਰਬੰਧ ਜਿਹੜਾ ਉਹ ਚੱਲਣਾ ਹੈ, ਉਦੋਂ ਹੀ ਚੱਲਾਂਗੇ। ਪਹਿਲਾਂ ਜਾ ਕੇ ਕੀ ਕਰਨਾ ਹੈ? ਇਹਦਾ ਮਤਲਬ ਇਹਨੂੰ ਸਮਝ ਹੀ ਨਹੀਂ ਕਿ ਗੁਰਬਾਣੀ ਦਾ ਕੀਰਤਨ ਕਿਉਂ ਹੋ ਰਿਹਾ ਹੈ। ਤੇ ਮਨ ਕਹਿੰਦਾ ਕੀ ਕਰਨਾ ਜਾ ਕੇ ਉੱਥੇ? ਇਹਦਾ ਮਤਲਬ ਗੁਰਬਾਣੀ ਵਿੱਚੋਂ ਜਿਹੜਾ ਲਾਹਾ ਦਿੱਤਾ ਜਾ ਰਿਹਾ ਹੈ ਉਹ ਕੁਛ ਵੀ ਨਹੀਂ। ਇਸ ਲਈ ਕਹਿ ਰਹੇ ਨੇ, ਕਹਿਣ ਲੱਗੇ ਧਿਆਨ ਰੱਖ, ਆ ਜਿਹੜਾ ਲਾਹਾ ਤੂੰ ਲੈਣ ਵਾਸਤੇ ਆਇਆ। ਕਬੀਰ ਜੀ ਨੇ ਤੇ ਕਹਿ ਦਿੱਤਾ, ਕਹਿੰਦੇ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਹੋਗੇ ਪ੍ਰਾਣ ਜਾਹੇਂਗੇ ਛੂਟ। ਆ ਜਿਹੜਾ ਲਾਹਾ ਲੈਣਾ ਨਾ, ਇਹ ਲਾਹਾ ਲੈ, ਵਣਜ ਕਰੋ ਵਣ ਜਾ ਰਿਓ, ਵਖਰ ਲਿਓ ਸੰਭਾਲ, ਤੈਸੀ ਵਸਤ ਵਿਸਾਹੀ ਹੈ, ਜੈਸੀ ਨਿਭੈ ਨਾਲ। ਆਹ ਵਾਲਾ ਲਾਹਾ ਲੈ ਜਿਹੜਾ ਤੇਰੀ ਆਤਮਿਕ ਜ਼ਿੰਦਗੀ ਦੇ ਨਾਲ ਨਿਭਣਾ ਹੈ। ਜਿੱਥੇ ਤੇਰੀ ਆਤਮਿਕ ਮੌਤ ਨਹੀਂ ਹੋਏਗੀ, ਤੂੰ ਸਦਾ ਲਈ ਅਮਰ ਹੋ ਜਾਏਗਾ। ਹੁਣ ਕੀ ਕਰੀਏ? ਮਨ ਸਮਝਦਾ ਨਹੀਂ। ਫਿਰ ਮਨ ਨੂੰ ਸਮਝਾਇਆ, ਕਹਿੰਦੇ ਪਾਛੈ ਬਾਘ ਡਰਾਵਣੋ, ਪਾਛੈ ਪਿੱਛੇ, ਜਿਹੜੇ ਰਸਤੇ ਤੂੰ ਤੁਰਿਆ ਹੋਇਆ ਨਾ, ਤੇਰੇ ਪਿੱਛੇ ਬਾਘ ਬਗਿਆੜ ਲੱਗਾ ਹੋਇਆ ਜਿਹਨੇ ਤੈਨੂੰ ਖਾ ਜਾਣਾ। ਤੇਰੇ ਪਿੱਛੇ ਬਗਿਆੜ, ਤੂੰ ਮਾੜੀ ਜੀ ਚਾਲ ਵੀ ਮੱਠੀ ਕੀਤੀ ਤੇ ਬਗਿਆੜ ਨੇ ਝਪਟਾ ਮਾਰ ਲੈਣਾ ਤੈਨੂੰ। ਬਗਿਆੜ ਕਿਹੜਾ ਹੈ? ਆਤਮਿਕ ਮੌਤ ਵਾਲਾ। ਅਸਲ ਵਿੱਚ ਮੌਤ ਕਿਹਦੀ ਹੁੰਦੀ ਹੈ? ਜਿਹਦੀ ਆਤਮਿਕ ਮੌਤ ਹੋ ਜਾਏ, ਜਿਹਦੀ ਜ਼ਮੀਰ ਮਰ ਜਾਏ, ਉਹਨੂੰ ਮੌਤ ਮੰਨਿਆ ਜਾਂਦਾ। ਸਰੀਰ ਦੀ ਮੌਤ ਤਾਂ ਹੋਣੀ ਹੈ, ਸਾਰਿਆਂ ਦੀ ਹੋਣੀ ਹੈ, ਭਾਵੇਂ ਚੰਗਾ ਹੈ ਤੇ ਭਾਵੇਂ ਕੋਈ ਮਾੜਾ, ਗੁਰਮੁਖ ਹੈ ਮਨਮੁਖ ਹੈ, ਸਰੀਰ ਤਾਂ ਇੱਕ ਦਿਨ ਛੱਡਣਾ ਹੀ ਛੱਡਣਾ ਹੈ। ਪਰ ਅਸਲ ਮੌਤ ਉਹਦੀ ਮੰਨੀ ਗਈ ਹੈ ਜਿਹੜਾ ਆਤਮਿਕ ਮੌਤੇ ਮਰ ਜਾਂਦਾ ਹੈ, ਜਿਹਦੀ ਜ਼ਮੀਰ ਮਰ ਜਾਂਦੀ ਹੈ। ਅਸੀਂ ਸਰੀਰ ਕਰਕੇ ਇੱਕ ਦਿਨ ਮੌਤ ਆਉਣੀ, ਉਹ ਅਟਲ ਹੈ, ਪਰ ਉਸ ਤੋਂ ਪਹਿਲਾਂ ਆਤਮਿਕ ਮੌਤੇ ਤਾਂ ਨਾ ਮਰੀਏ, ਆਪਣੀ ਜ਼ਮੀਰ ਤਾਂ ਨਾ ਅਸੀਂ ਮਾਰੀਏ, ਆਪਣੀ ਇਨਸਾਨੀਅਤ ਤਾਂ ਜਿਉਂਦੀ ਰੱਖੀਏ, ਆਪਣੀ ਇਨਸਾਨੀਅਤ ਨੂੰ ਤਾਂ ਨਾ ਮਰਨ ਦਈਏ। ਅੱਜ ਇਨਸਾਨੀਅਤ ਸ਼ਰਮਸਾਰ ਹੋ ਰਹੀ ਹੈ, ਅੱਜ ਇਨਸਾਨ ਦੀ ਇਨਸਾਨੀਅਤ ਮਰ ਰਹੀ ਹੈ। ਇੰਨੀ ਇਨਸਾਨੀਅਤ ਮਰ ਗਈ ਕਿ ਇਹ ਡੈੱਡ ਬੋਡੀ ਵਿੱਚੋਂ ਵੀ ਕੁਝ ਲੈਣਾ ਚਾਹੁੰਦਾ ਹੈ, ਮੁਰਦੇ ਵਿੱਚੋਂ ਵੀ ਆਪਣੀ ਜ਼ਿੰਦਗੀ ਦਾ ਲਾਹਾ ਲੈਣਾ ਚਾਹੁੰਦਾ ਹੈ। ਹੱਦ ਹੋ ਗਈ, ਇੱਕ ਮੁਰਦਾ ਸਰੀਰ ਹੈ, ਉਹਦੇ ਵਿੱਚੋਂ ਵੀ ਆਪਣੀ ਜ਼ਿੰਦਗੀ ਦਾ ਲਾਹਾ ਲੈਣਾ ਚਾਹੁੰਦਾ। ਇਸ ਤੋਂ ਵੱਧ ਜ਼ਮੀਰ ਹੋਰ ਕੀ ਮਰਨੀ ਹੈ? ਇਸ ਤੋਂ ਵੱਧ ਇਨਸਾਨੀਅਤ ਹੋਰ ਕੀ ਮਰਨੀ ਹੈ? ਇਨਸਾਨੀਅਤ ਮਰ ਚੁੱਕੀ। ਇਨਸਾਨ ਤਾਂ ਜਿਉਂਦਾ ਹੈ, ਪਰ ਇਨਸਾਨੀਅਤ ਮਰ ਗਈ। ਅਸੀਂ ਤੇ ਜਿਉਂਦੇ ਜੀ ਮਰੇ ਹੋਏ ਹਾਂ। ਤੇ ਜਿਹਦੀ ਪ੍ਰੀਤ ਉਸ ਮਾਲਕ ਨਾਲ ਨਹੀਂ ਪਈ, ਮਹਾਰਾਜ ਕਹਿੰਦੇ ਮਿਰਤਕ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਜਿਹਦੀ ਰੱਬ ਜੀ ਨਾਲ ਪ੍ਰੀਤ ਨਹੀਂ ਪਈ, ਉਹ ਤਾਂ ਪਹਿਲਾਂ ਹੀ ਮਿਰਤਕ ਹੈ, ਮੁਰਦਾ ਹੈ, ਮੁਰਦੇ ਤੁਰੇ ਪਏ ਨੇ।
ਇਸ ਲਈ ਕਹਿ ਰਹੇ ਨੇ, ਕਹਿੰਦੇ ਧਿਆਨ ਰੱਖ ਰੇ ਮਨ, ਡੀਗ ਨਾ ਡੋਲੀਐ, ਐਵੇਂ ਡਿੱਗ ਨਾ, ਤੇ ਜੇ ਤੂੰ ਡਿੱਗ ਗਿਆ ਸਮਾਂ ਖਰਾਬ ਹੋ ਬਰਬਾਦ ਹੋ ਜਾਏਗਾ। ਪਿੱਛੇ ਬਗਿਆੜ ਆਉਂਦਾ, ਉਹਨੇ ਝਪਟਾ ਮਾਰ ਲੈਣਾ ਤੈਨੂੰ। ਪਾਛੈ ਬਾਗ ਡਰਾਵਣੋ, ਆਗੈ ਅਗਨ ਤਲਾਓ, ਅਗਨ ਦੇ ਨੰਨੇ ਨੂੰ ਸਿਹਾਰੀ ਅਗਨੀ, ਤ੍ਰਿਸ਼ਨਾ ਦੀ ਅਗਨੀ, ਤਲਾਓ ਤਲਾਬ, ਅੱਗੇ ਅੱਗ ਬਲਦੀ ਪਈ ਹੈ, ਪਿੱਛੇ ਬਗਿਆੜ ਹੈ, ਦੱਸ ਕਿੱਥੇ ਜਾਏਗਾ? ਤੂੰ ਰਸਤਾ ਹੀ ਉਹ ਪਕੜ ਲਿਆ, ਉਸ ਰਸਤੇ ਤੇ ਤੂੰ ਚੱਲਦਾ ਪਿਆ ਜਿੱਥੇ ਅੱਗੇ ਤ੍ਰਿਸ਼ਨਾ ਦੀ ਅੱਗ ਬਲਦੀ, ਕਾਮ ਕ੍ਰੋਧ ਦੀ ਅੱਗ ਬਲਦੀ ਪਈ, ਔਰ ਪਿੱਛੇ ਆਤਮਕ ਮੌਤ ਦਾ ਬਗਿਆੜ ਲੱਗਿਆ ਹੋਇਆ। ਫਿਰ ਉੱਥੇ ਤੁਸੀਂ ਸੁੱਖ ਦਾ ਸਾਹ ਲੈ ਸਕਦੇ ਹੋ? ਤੁਹਾਨੂੰ ਤਾਂ ਹਰ ਵੇਲੇ ਡਰ ਬਣਿਆ ਰਹੇਗਾ, ਇਹ ਨਾ ਹੋ ਜਾਏ, ਆਹ ਨਾ ਹੋ ਜਾਏ, ਉਹ ਨਾ ਹੋ ਜਾਏ। ਬੰਦਾ ਸੁੱਤੇ ਪਏ ਵੀ ਡਰਦਾ ਰਹਿੰਦਾ, ਸੁੱਤੇ ਪਏ ਵੀ ਉਹ ਕੰਬਦਾ ਰਹਿੰਦਾ ਵੀ ਆਹ ਨਾ ਹੋ ਜਾਏ, ਉਹ ਨਾ ਹੋ ਜਾਏ। ਇਹ ਡਰ ਅਸੀਂ ਆਪ ਹੀ ਪਾਲਿਆ ਹੋਇਆ, ਕਿਉਂਕਿ ਅਸੀਂ ਸਿੱਧੇ ਮਾਰਗ ਨਹੀਂ, ਅਸੀਂ ਪੁੱਠੇ ਮਾਰਗ ਚੱਲਦੇ ਹਾਂ, ਜਿੱਥੇ ਪਿੱਛੇ ਆਤਮਕ ਮੌਤ ਵਾਲਾ ਬਗਿਆੜ ਤੇ ਅੱਗੇ ਤ੍ਰਿਸ਼ਨਾ ਦੀ ਅਗਨੀ ਦਾ ਤਲਾਉ ਹੈ। ਕਿੱਥੇ ਜਾਓਗੇ? ਬਚ ਨਹੀਂ ਸਕਦੇ। ਤੇ ਜੇ ਕਿਤੇ ਤੁਸੀਂ ਉਸ ਰਸਤੇ ਚੋਂ ਨਿਕਲ ਕੇ ਗੁਰੂ ਦਾ ਪੱਲਾ ਪਕੜ ਲਓ ਨਾ, ਤੇ ਫਿਰ ਕੀ ਹੋਏਗਾ? ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂ ਨਾਹੀ। ਉਹ ਜਿਹੜਾ ਪਿੱਛੇ ਬਗਿਆੜ ਆਉਂਦਾ ਸੀ ਨਾ, ਉਹਨੂੰ ਮੇਰੇ ਸਤਿਗੁਰੂ ਨੇ ਨਾਮ ਬਾਣੀ ਦਾ ਆਸਰਾ ਦੇ ਕੇ ਉੱਥੇ ਹੀ ਰੋਕ ਦਿੱਤਾ। ਹੁਣ ਪਿੱਛੇ ਆਨੰਦ ਵਾਲਾ ਜੀਵਨ ਬਣ ਗਿਆ। ਜਿਹੜਾ ਅੱਗੇ ਤ੍ਰਿਸ਼ਨਾ ਦਾ ਤਲਾਉ ਬਣਿਆ ਹੋਇਆ ਸੀ, ਕਹਿੰਦੇ ਆਗੈ ਸੁਖ ਮੇਰੇ ਮੀਤਾ, ਉੱਥੇ ਮੇਰੇ ਮਾਲਕ ਨੇ ਕੀ ਕੀਤਾ? ਤ੍ਰਿਸ਼ਨਾ ਦੀ ਅੱਗ ਹੀ ਬੁਝਾ ਦਿੱਤੀ। ਹੁਣ ਜਦੋਂ ਤ੍ਰਿਸ਼ਨਾ ਦੀ ਅੱਗ ਬੁਝ ਗਈ, ਪਿੱਛੇ ਬਗਿਆੜ ਵੀ ਰਸਤਾ ਛੱਡ ਗਿਆ, ਮੈਂ ਆਪਣਾ ਹੀ ਰਸਤਾ ਬਦਲ ਲਿਆ। ਹੁਣ ਕਹਿੰਦੇ ਹੁਣ ਡੋਲਣਾ ਨਹੀਂ ਹੁੰਦਾ, ਕਿਉਂਕਿ ਮੈਨੂੰ ਉਹ ਸਤਿਗੁਰੂ ਡੋਲਣ ਹੀ ਨਹੀਂ ਦਿੰਦਾ, ਉਹ ਆਪ ਅਡੋਲ ਹੈ। ਉਹ ਕਿੰਨਾ, ਕਿਉਂਕਿ ਅਸੀਂ ਵੀ ਪਰਖਣਾ ਚਾਹੁੰਦੇ ਆ ਵੀ ਗੁਰੂ ਡੋਲਦੇ ਕਿ ਨਹੀਂ। ਕਹਿੰਦੇ ਤਤੀ ਤਵੀ ਤੇ ਨਹੀਂ ਉਹ ਡੋਲੇ, ਤਿਲਕ ਤੇ ਜੰਜੂ ਦਾ ਰਖਵਾਲਾ ਬਣ ਕੇ ਨਹੀਂ ਡੋਲੇ, ਆਪਣੇ ਪੁੱਤਰ ਪਰਿਵਾਰ ਨੂੰ ਵਾਰ ਕੇ ਨਹੀਂ ਉਹ ਡੋਲੇ। ਤੇ ਗੁਰੂ ਕੇ ਸਿੱਖਾ ਤੂੰ ਕਿੱਥੋਂ ਡੋਲ ਜਾਏਗਾ? ਤੂੰ ਉਸ ਗੁਰੂ ਦਾ ਪੱਲਾ ਪਕੜ ਜਿਨੇ ਇੰਨਾ ਕੁਝ ਆਪਣੇ ਪਿੰਡੇ ਤੇ ਝੱਲ ਕੇ ਅਡੋਲ ਰਹਿ ਕੇ ਤੈਨੂੰ ਜ਼ਿੰਦਗੀ ਦੀ ਜਾਂਚ ਸਿਖਾਈ ਹੈ। ਜਿਹੜਾ ਆਪ ਡੋਲ ਗਿਆ ਉਹ ਦੂਜੇ ਨੂੰ ਸਹਾਰਾ ਕੀ ਦੇਗਾ? ਇਸ ਲਈ ਕਹਿ ਰਹੇ ਨੇ, ਕਹਿੰਦੇ ਪਾਛੈ ਬਾਗ ਡਰਾਵਣੋ, ਬੜਾ ਡਰਾਵਣਾ ਬਗਿਆੜ ਮਗਰ ਲੱਗਾ ਹੋਇਆ ਹੈ, ਜਿਹਦੇ ਚ ਤੇਰੀ ਆਤਮਕ ਮੌਤ ਹੋ ਜਾਏਗੀ। ਔਰ ਆਗੇ ਅਗਨ ਤਲਾਓ, ਅੱਗੇ ਤੇਰੇ ਤ੍ਰਿਸ਼ਨਾ ਦੀ ਅੱਗ ਦਾ ਤਲਾਓ ਹੈ। ਕਿਵੇਂ ਪਾਰ ਕਰੇਗਾ? ਅੱਗ ਕਿਵੇਂ ਪਾਰ ਕਰੇਗਾ? ਅੱਗ ਨੇ ਤੇ ਸਾੜ ਕੇ ਰੱਖ ਦੇਣਾ। ਸਹਿਸ ਖਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ। ਕਹਿੰਦੇ ਆਹ ਹਾਲਤ ਤੇਰੀ ਮਨ ਬਣੀ ਹੋਈ ਹੈ, ਤੂੰ ਇਸ ਲਈ ਇਸ ਮਾਰਗ ਨੂੰ ਛੱਡ ਦੇ, ਅਸਲ ਮਾਰਗ ਦੇ ਉੱਤੇ ਤੁਰਨਾ ਕਰ। ਸਹਸ ਜੀਅਰਾ ਪਰ ਰਹਿਓ, ਮਾਕੋ ਅਵਰ ਨਾ ਟੰਗ। ਹੁਣ ਜਦੋਂ ਮਨ ਨੂੰ ਆਵਾਜ਼ ਦਿੱਤੀ ਨਾ, ਰੇ ਮਨ ਡੀਗ ਨਾ ਡੋਲੀਐ, ਸਿੱਧੇ ਮਾਰਗ ਧਾਓ, ਪਾਛੈ ਬਾਗ ਡਰਾਵਣੋ, ਆਗੇ ਅਗਨ ਤਲਾਓ। ਤੇ ਮਨ ਜਿਹੜਾ ਸੀ, ਮਨ ਕਹਿੰਦਾ ਹੁਣ ਮੈਂ ਕੀ ਕਰਾਂ? ਬਗਿਆੜ ਤੋਂ ਕਿਵੇਂ ਬਚਾਂ ਤੇ ਅੱਗੋਂ ਤ੍ਰਿਸ਼ਨਾ ਦੀ ਅੱਗ ਦਾ ਤਲਾਬ ਜਿਹੜਾ ਬਣਿਆ ਉਹ ਕਿਵੇਂ ਪਾਰ ਕਰਾਂ? ਕਿਉਂਕਿ ਇਹਦੇ ਦਰਮਿਆਨ ਜਿਹੜਾ ਹੈ ਨਾ, ਸਹਿਸੈ ਜੀਅਰਾ ਪਰ ਰਹਿਓ, ਜੀਅਰਾ ਅੰਦਰ ਜਿਹੜੀ ਜਿੰਦ ਹੈ ਉਹ ਸਹਿਸਾ, ਉਹ ਅੰਦਰੋਂ ਡਰੀ ਪਈ ਹੈ। ਅੰਦਰ ਕਈ ਪ੍ਰਕਾਰ ਦੇ ਉਹਨੂੰ ਡਰ ਲੱਗੇ ਪਏ ਨੇ ਵੀ ਕੀ ਹੋਏਗਾ? ਪਿੱਛੇ ਦੇਖਾਂ ਤੇ ਆਤਮਕ ਮੌਤ, ਅੱਗੇ ਵੇਖਾਂ ਤੇ ਅੱਗ। ਹੁਣ ਕੀ ਕਰੀਏ? ਡਰ ਹੀ ਡਰ ਬਣਿਆ ਪਿਆ, ਸਹਿਮਿਆ ਪਿਆ ਅੰਦਰੋਂ। ਹੁਣ ਕੀ ਕਰਾਂ? ਕਹਿਣ ਲੱਗੇ ਮਾਕੋ ਅਵਰ ਨਾ ਢੰਗ। ਮਨ ਕਹਿੰਦਾ ਮਾਕੋ ਮੈਨੂੰ, ਮਾ ਦਾ ਅਰਥ ਹੈ ਮੈਂ, ਕਉ ਦਾ ਅਰਥ ਹੈ ਨੂੰ, ਮੈਨੂੰ ਕੋਈ ਢੰਗ ਨਹੀਂ ਆਉਂਦਾ, ਕੋਈ ਤਰੀਕਾ ਹੀ ਨਹੀਂ ਆਉਂਦਾ ਕਿ ਮੈਂ ਤ੍ਰਿਸ਼ਨਾ ਦੇ ਤਲਾਉ ਨੂੰ ਕਿਵੇਂ ਪਾਰ ਕਰਾਂ, ਅੱਗ ਵਾਲੇ, ਤੇ ਇਸ ਬਗਿਆੜ ਤੋਂ ਕਿਵੇਂ ਬਚਾਂ। ਮੈਨੂੰ ਤਰੀਕਾ ਹੀ ਨਹੀਂ ਕੋਈ ਆਉਂਦਾ, ਮੈਂ ਹੁਣ ਕੀ ਕਰਾਂ? ਕਿਵੇਂ ਇਸ ਰਸਤੇ ਵਿੱਚੋਂ ਦੀ ਨਿਕਲਾਂ? ਕਈਆਂ ਨੂੰ ਆਖਿਆ ਨਸ਼ਾ ਛੱਡ ਦਿਓ, ਬੜੀ ਬੁਰੀ ਇਹ ਮਾਰ ਪੈਂਦੀ ਹੈ ਨਸ਼ੇ ਦੀ, ਸਭ ਕੁਝ ਤਬਾਹ ਹੋ ਜਾਂਦਾ ਹੈ। ਆਪਣੀ ਜ਼ਿੰਦਗੀ ਤਾਂ ਤਬਾਹ ਹੁੰਦੀ ਹੈ, ਨਾਲ ਜਿਹੜੇ ਜੀ ਜੁੜੇ ਹੁੰਦੇ ਨੇ ਪਰਿਵਾਰ ਦੇ ਮੈਂਬਰ, ਉਹ ਵੀ ਤਬਾਹ ਹੋ ਜਾਂਦੇ ਨੇ, ਘਰ-ਬਾਰ ਵੀ ਤਬਾਹ ਹੋ ਜਾਂਦਾ। ਛੱਡ ਦੇ ਨਸ਼ਾ। ਉਹ ਕਹਿੰਦਾ ਮੈਂ ਕੀ ਕਰਾਂ, ਮੇਰੀ ਸੰਗਤ ਹੀ ਇਦਾਂ ਦੀ ਹੈ।
ਫਿਰ ਉਹਨੂੰ ਕੋਈ ਸੁਝਾਅ ਦਿੱਤਾ ਜਾਂਦਾ। ਜੇ ਉਹਨੂੰ ਆਪਣ ਆਪ ਸੁਝਾਅ ਨਾ ਕੋਈ ਆਵੇ, ਕੋਈ ਤਰੀਕਾ ਨਾ ਨਿਕਲੇ, ਫਿਰ ਉਹਨੂੰ ਇੱਕ ਸੁਝਾਅ ਦਿੱਤਾ ਜਾਂਦਾ ਵੀ ਤੂੰ ਆਹ ਕੰਮ ਕਰ, ਮਾੜੀ ਸੰਗਤ ਚੋਂ ਬਚ ਜਾਏਗਾ। ਹੁਣ ਗੁਰਬਾਣੀ ਰਾਹੀਂ ਸਾਡੇ ਮਨ ਨੂੰ ਆਵਾਜ਼ ਦਿੱਤੀ ਗਈ, ਤੇ ਮਨ ਨੂੰ ਜਿਹਨੇ ਆਵਾਜ਼ ਦਿੱਤੀ ਸੀ, ਹੁਣ ਉਹ ਸਤਿਗੁਰੂ ਨੂੰ ਪੁੱਛਿਆ ਕਿ ਮੇਰੇ ਕੋਲ ਤਾਂ ਕੋਈ ਐਸਾ ਢੰਗ ਤਰੀਕਾ ਨਹੀਂ ਹੈ, ਮੈਂ ਕਿਵੇਂ ਬਘਿਆੜ ਤੋਂ ਬਚਾਂ, ਕਿਵੇਂ ਤ੍ਰਿਸ਼ਨਾ ਦੀ ਅੱਗ ਤੋਂ ਜਿਹੜਾ ਬਚਾਂ, ਮੇਰਾ ਬਚਾਅ ਕਿਵੇਂ ਹੋਏਗਾ। ਹੁਣ ਗੁਰੂ ਸਾਹਿਬ ਤੁਸੀਂ ਹੀ ਦੱਸੋ, ਤੁਸੀਂ ਢੰਗ ਤਰੀਕਾ ਦੱਸੋ ਕਿ ਮੈਂ ਸਿੱਧੇ ਮਾਰਗ ਤੇ ਕਿਵੇਂ ਚੱਲ ਸਕਦਾ ਹਾਂ। ਨਾਨਕ ਗੁਰਮੁਖ ਛੁਟੀਐ, ਹਰ ਪ੍ਰੀਤਮ ਸਿਉ ਸੰਗ। ਫਿਰ ਗੁਰੂ ਸਾਹਿਬ ਨੇ ਜਵਾਬ ਦਿੱਤਾ, ਕਿਉਂਕਿ ਅਸੀਂ ਤੇ ਹੱਥ ਖੜੇ ਕਰ ਦਿੱਤਾ ਨਾ, ਮਾਕੋ ਅਵਰ ਨਾ ਢੰਗ, ਇਹ ਸਾਡੇ ਵੱਸ ਦੀ ਗੱਲ ਨਹੀਂ ਹੈ। ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਨਿਕਲਣਾ ਅਸੀਂ ਤੇ ਅਰਦਾਸ ਕਰ ਸਕਦੇ ਹਾਂ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਆਪ ਹੀ ਤੁਸੀਂ ਕਿਰਪਾ ਕਰਕੇ ਛਡਾ ਲਓ, ਨਹੀਂ ਤੇ ਸਾਡੇ ਕੋਲੋਂ ਛੁਟਕਾਰਾ ਪਾਉਣਾ ਬੜਾ ਔਖਾ ਹੈ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਗੁਰਦੇਵ ਜੀ ਕਿਰਪਾ ਕਰੋ ਸਾਡੇ ਤੇ। ਹੁਣ ਗੁਰੂ ਸਾਹਿਬ ਜੀ ਨੇ ਕਿਹਾ, ਨਾਨਕ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਹੀ ਸ਼ਲੋਕ ਹੈ, ਕਹਿੰਦੇ ਗੁਰਮੁਖ ਛੁੱਟੀ ਹੈ। ਗੁਰਮੁਖ ਖੱਖੇ ਨੂੰ ਸਿਹਾਰੀ, ਗੁਰੂ ਦੇ ਦੁਆਰਾ, ਗੁਰੂ ਦੇ ਰਾਹੀਂ। ਹੁਣ ਜਿਹਦੇ ਦੁਆਰੇ ਆ ਕੇ ਛੁਟਕਾਰਾ ਹੋਣਾ ਸੀ, ਉੱਥੇ ਬੰਦਾ ਆਉਣ ਨੂੰ ਤਿਆਰ ਨਹੀਂ, ਗੁਰੂ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਗੁਰਬਾਣੀ ਕੀਰਤਨ ਸੁਣਨ ਨੂੰ, ਵਿਚਾਰ ਸੁਣਨ ਨੂੰ ਤਿਆਰ ਨਹੀਂ, ਤੇ ਫਿਰ ਛੁਟਕਾਰਾ ਕਿਵੇਂ ਹੋਏਗਾ। ਛੁਟਕਾਰਾ ਪਾਉਣ ਲਈ ਸਾਨੂੰ ਗੁਰਦੁਆਰੇ ਆਉਣਾ ਹੀ ਪਏਗਾ, ਤੇ ਤਾਂ ਹੀ ਆਵਾਂਗੇ ਜੇ ਸਾਨੂੰ ਸਮਝ ਹੋਏਗੀ ਕਿ ਮੈਂ ਤੇ ਪੁੱਠੇ ਰਸਤੇ ਚੱਲ ਰਿਹਾ, ਮਾੜੇ ਰਸਤੇ ਚੱਲ ਕੇ ਜ਼ਿੰਦਗੀ ਦਾ ਘਾਟਾ ਪਾ ਲਿਆ। ਹੁਣ ਮੈਂ ਜਿਹੜੇ ਬਚੇ ਹੋਏ ਸਵਾਸ ਨੇ, ਹੁਣ ਮੈਂ ਜ਼ਿੰਦਗੀ ਵਿੱਚ ਘਾਟਾ ਨਹੀਂ, ਹੁਣ ਮੈਂ ਲਾਭ ਚਾਹੁੰਦਾ ਕਿ ਮੈਨੂੰ ਜ਼ਿੰਦਗੀ ਵਿੱਚ ਕੁਝ ਲਾਹਾ ਮਿਲ ਜਾਏ। ਉਹ ਫਿਰ ਗੁਰੂ ਦੁਆਰੇ ਆਏਗਾ। ਕਹਿੰਦੇ ਗੁਰਮੁਖ ਛੁੱਟੀ ਹੈ, ਤੇ ਕਿਵੇਂ ਛੁਟਕਾਰਾ ਹੋਏਗਾ। ਹਰ ਪ੍ਰੀਤਮ ਸਿਉ ਸੰਗ, ਜਿਹੜਾ ਸੰਗ ਤੈਨੂੰ ਮਿਲਿਆ ਹੋਇਆ ਹੈ, ਉਹਨੇ ਤੈਨੂੰ ਮਾਰਗ ਤੇ ਨਹੀਂ, ਉਹਨੇ ਕੁਮਾਰਗ ਤੇ ਪਾ ਦਿੱਤਾ, ਮਾੜੇ ਰਸਤੇ। ਹੁਣ ਤੂੰ ਇਦਾਂ ਕਰ, ਜੇ ਮਾੜੀ ਸੰਗਤ ਦਾ ਸੰਗ ਛੱਡਣਾ ਚਾਹੁੰਦਾ ਤੇ ਫਿਰ ਹਰ ਪ੍ਰੀਤਮ ਸਿਉ ਸੰਗ, ਜਿਹੜਾ ਹਰੀ ਪਰਮੇਸ਼ਵਰ ਹੈ ਨਾ, ਤੇਰਾ ਅਸਲ ਪਿਆਰਾ ਪ੍ਰੀਤਮ ਹੈ, ਜਿਹੜਾ ਤੇਰੇ ਦੁੱਖ ਸੁੱਖ ਨਾਲ ਹਰ ਵੇਲੇ ਨਾਲ ਤੇਰੇ ਨਾਲ ਖਲੋਣ ਵਾਲਾ, ਹਰ ਮੁਸ਼ਕਲ ਦੀ ਘੜੀ ਵਿੱਚ ਤੇਰੇ ਨਾਲ ਹੈ, ਤੇ ਜਿਹੜਾ ਕਹਿੰਦਾ ਤੂੰ ਇੱਕ ਵਾਰੀ ਆ ਤਾਂ ਸਹੀ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰੱਖੈ ਆਪਣੇ ਕੋ, ਸਾਸ ਸਾਸ ਪ੍ਰਤਵਾਲੇ। ਪ੍ਰਭ ਸਿਉ ਲਾਗ ਰਹਿਓ ਮੇਰਾ, ਚੀਤ ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਜਿਹੜਾ ਸੰਗ ਤੂੰ ਬਣਾ ਕੇ ਵੇਖਿਆ, ਉਹ ਤਾਂ ਤੇਰਾ ਤਮਾਸ਼ਾ ਵੇਖਦੇ ਨੇ, ਉਹ ਤੇ ਤੇਰਾ ਘਰ ਉਜੜਦਾ ਵੇਖਦੇ ਨੇ, ਉਹ ਤੇ ਤੇਰੇ ਸੁੱਖ ਵੇਲੇ ਤੈਨੂੰ ਨਸ਼ਾ ਲਾ ਕੇ ਚਲੇ ਗਏ, ਤੇ ਜਦੋਂ ਦੁੱਖ ਦੀ ਘੜੀ ਆਈ ਤੇ ਉਹ ਤੇਰੇ ਸਾਥ ਤੇਰਾ ਲੱਭਿਆ ਹੀ ਕੋਈ ਨਹੀਂ। ਜਿਨ੍ਹਾਂ ਨੇ ਤੈਨੂੰ ਨਸ਼ੇ ਦੀ ਦਲਦਲ ਵਿੱਚ ਫਸਾ ਦਿੱਤਾ, ਆਪ ਤਾਂ ਬਚ ਕੇ ਨਿਕਲ ਗਏ, ਤੂੰ ਤੇ ਦਲਦਲ 'ਚ ਫਸ ਗਿਆ। ਜਿਹੜੀ ਸੰਗਤ ਕਰਕੇ ਤੂੰ ਮਾੜੀਆਂ ਆਦਤਾਂ ਅੰਦਰ ਪਾ ਬੈਠਾ ਹੈ, ਉਹ ਤਾਂ ਨਿਕਲ ਗਏ, ਤੇਰਾ ਸਾਥ ਛੱਡ ਗਏ, ਤੇ ਘਰ ਤਾਂ ਤੇਰਾ ਉਜੜ ਗਿਆ। ਤੇਰੇ ਘਰ ਦੇ ਵਿੱਚ ਦੁੱਖ ਕਲੇਸ਼ ਰੋਗ ਆ ਕੇ ਲੱਗ ਗਏ, ਕਿਸੇ ਦਾ ਕੀ ਗਿਆ। ਇਸ ਲਈ ਕਹਿ ਰਹੇ ਨੇ, ਕਹਿੰਦੇ ਗੁਰੂ ਦੁਆਰੇ ਆ, ਗੁਰੂ ਦੁਆਰੇ ਆ ਕੇ ਛੁਟਕਾਰਾ ਹੋਣਾ, ਕਿਉਂਕਿ ਗੁਰੂ ਨੇ ਕੀ ਕਰਨਾ ਹੈ, ਗੁਰੂ ਸਾਹਿਬ ਨੇ ਸਮਝਾਉਣਾ ਹੈ ਕਿ ਅਸਲ ਪ੍ਰੀਤਮ ਤੇਰਾ ਕਿਹੜਾ ਹੈ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਬੰਦਿਓ, ਕੋ ਕਾਹੂ ਕੋ ਨਾਹੀ। ਤੂੰ ਉਹਦਾ ਸੰਗ ਕਰ ਜਿਹੜਾ ਤੇਰਾ ਅਸਲ ਪ੍ਰੀਤਮ ਹੈ, ਜਿੱਥੇ ਤੂੰ ਆਪਣਾ ਦੁੱਖ ਸੁੱਖ ਸਾਂਝਾ ਕਰ ਸਕਦਾ ਹੈ, ਜਿੱਥੇ ਤੂੰ ਕਹਿ ਸਕਦਾ ਹੈ ਮੈਂ ਹੋਰ ਥਾਉ ਨਹੀਂ, ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਕਹਿੰਦੇ ਉਹਦਾ ਸੰਗ ਤੈਨੂੰ ਗੁਰੂ ਦੇ ਚਰਨਾਂ 'ਚ ਆ ਕੇ ਮਿਲੇਗਾ। ਜਦੋਂ ਤੂੰ ਆ ਕੇ ਉਸ ਪ੍ਰੀਤਮ ਦਾ ਸੰਗ ਕਰੇਗਾ, ਸੰਗਤ ਕਰੇਗਾ, ਤਾਂ ਤੇਰਾ ਛੁਟਕਾਰਾ ਹੋਵੇਗਾ। ਬਾਘ ਮਰੈ ਮਨ ਮਾਰੀਐ, ਜਿਸ ਸਤਿਗੁਰ ਦੀਖਿਆ ਹੋਏ। ਕਿਸੇ ਕਮਾਲ ਦੀ ਰਚਨਾ ਗੁਰੂ ਸਾਹਿਬ ਨੇ ਕੀਤੀ ਹੈ।
ਦੇਖੋ ਅੱਗੇ ਵੀ ਬੜੀ ਵਾਰ ਜ਼ਿਕਰ ਕੀਤਾ, ਜਦੋਂ ਤੁਸੀਂ ਸਮਝ ਕੇ ਚੱਲੋਗੇ ਨਾ, ਇਦਾਂ ਲੱਗੇਗਾ ਜਿਵੇਂ ਅਸੀਂ ਇੱਕ ਇੱਕ ਪੌੜੀ ਜਿਹੜੀ ਹੈ ਉਹ ਚੜ੍ਹ ਰਹੇ ਹਾਂ, ਅਸੀਂ ਅੱਗੇ ਨੂੰ ਵੱਧ ਰਹੇ ਹਾਂ। ਇੱਕ ਇੱਕ ਪੰਕਤੀ ਪੜੋ, ਸਵਾਲ ਪੈਦਾ ਹੋਏਗਾ, ਅਗਲੀ ਪੰਕਤੀ ਪੜੋ ਤੇ ਜਵਾਬ ਮਿਲ ਜਾਏਗਾ, ਫਿਰ ਅਗਲੀ ਪੰਕਤੀ ਪੜੋ, ਸਵਾਲ ਪੈਦਾ ਹੋਏਗਾ, ਅਗਲੀ ਪੰਕਤੀ ਪੜੋ, ਜਵਾਬ ਆ ਜਾਏਗਾ। ਆਪ ਜੀ ਜਿਹੜੇ ਗੁਰਬਾਣੀ ਦਾ ਅਭਿਆਸ ਕਰਨ ਵਾਲੇ ਹੋ, ਤੁਹਾਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਰਹਾਉ ਆਉਂਦਾ ਹੈ। ਰਹਾਉ ਦਾ ਮਤਲਬ ਹੁੰਦਾ ਰੁਕਣਾ। ਉਸ ਪੰਕਤੀ ਨੂੰ ਸਮਝੋਗੇ, ਪੂਰਾ ਸ਼ਬਦ ਸਮਝ ਵਿੱਚ ਆ ਜਾਏਗਾ। ਪਰ ਕਈ ਸ਼ਬਦ ਐਸੇ ਨੇ ਜਿੱਥੇ ਅਖੀਰ ਤੇ ਲਿਖਿਆ ਹੁੰਦਾ ਰਹਾਉ ਦੂਜਾ। ਉਹ ਜਿਹੜਾ ਰਹਾਉ ਦੂਜਾ ਲਿਖਿਆ ਹੁੰਦਾ ਨਾ, ਅਸਲ ਵਿੱਚ ਉਸ ਪੰਕਤੀ ਵਿੱਚ ਜਵਾਬ ਦਿੱਤਾ ਹੁੰਦਾ ਹੈ, ਵੀ ਤੁਹਾਨੂੰ ਕੋਈ ਸ਼ੰਕਾ ਨਾ ਰਹਿ ਜਾਏ, ਕੋਈ ਸਵਾਲ ਹੀ ਨਾ ਮਨ 'ਚ ਰਹਿ ਜਾਏ। ਤੇ ਜੇ ਸਾਡੇ ਦਿਮਾਗ 'ਚ ਕੋਈ ਜਵਾਬ ਨਹੀਂ ਆਇਆ ਤੇ ਮਹਾਰਾਜ ਕਹਿੰਦੇ ਨਾਲ ਰਹਾਉ ਦੂਜਾ ਦੇ ਦਿੱਤਾ, ਤਾਂ ਕਿ ਤੈਨੂੰ ਨਾਲ ਜਵਾਬ ਵੀ ਮਿਲ ਜਾਏ, ਤੈਨੂੰ ਕਿਸੇ ਹੋਰ ਕੋਲ ਪੁੱਛਣ ਦੀ ਲੋੜ ਹੀ ਨਾ ਪਏ। ਉਹ ਰਹਾਉ ਦੂਜੇ ਦਾ ਮਤਲਬ ਹੈ ਉਹਦੇ ਵਿੱਚ ਜਵਾਬ ਦਿੱਤਾ ਗਿਆ ਹੈ। ਹੁਣ ਅਸੀਂ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਮਹਾਰਾਜ ਜੀ ਸਹਿਸੇ ਜੀਰਾ ਪਰ ਰਹਿਓ, ਮਾਕੋ ਅਵਰ ਨਾ ਢੰਗ, ਮੈਨੂੰ ਕੋਈ ਢੰਗ ਤਰੀਕਾ ਹੀ ਨਹੀਂ ਹੈ। ਤੇ ਗੁਰੂ ਸਾਹਿਬ ਕਹਿੰਦੇ ਗੁਰਮੁਖ ਛੂਟੀ ਹੈ, ਗੁਰਦੁਆਰੇ ਆ ਕੇ ਛੁਟਕਾਰਾ ਹੋਣਾ ਹੈ। ਤੇ ਜਦੋਂ ਗੁਰਦੁਆਰੇ ਆਏ ਤੇ ਫਿਰ ਕੀ ਹੋਇਆ? ਕਹਿਣ ਲੱਗੇ ਬਾਗ ਮਰੈ, ਆ ਤੇਰਾ ਆਤਮਕ ਮੌਤ ਵਾਲਾ ਬਗਿਆੜ ਮਰ ਜਾਏਗਾ, ਇਹ ਮਰ ਜਾਏਗਾ। ਇਹਦੇ ਲਈ ਪਹਿਲਾਂ ਤੈਨੂੰ ਆਪਣਾ ਮਨ ਮਾਰਨਾ ਪੈਣਾ ਹੈ। ਮਨ ਮਾਰਨ ਦਾ ਮਤਲਬ ਸਮਝਦੇ ਹੋ ਤੁਸੀਂ ਕਿ ਕੋਈ ਕੰਮ ਕਰਨ ਨੂੰ ਅੰਦਰ ਖਿੱਚ ਪੈਦਾ ਹੋ ਰਹੀ ਹੈ ਵੀ ਮੈਂ ਆਹ ਕੰਮ ਕਰਨਾ ਹੀ ਕਰਨਾ ਹੈ, ਪਰ ਅੰਦਰੋਂ ਆਵਾਜ਼ ਆਉਂਦੀ ਹੈ ਵੀ ਨਹੀਂ, ਆਪਣੇ ਮਨ ਨੂੰ ਮਾਰ ਲੈ, ਇਸ ਪਾਸੇ ਨਹੀਂ ਜਾਣਾ, ਆਹ ਕੰਮ ਨਹੀਂ ਕਰਨਾ। ਆਪਣੇ ਮਨ ਨੂੰ ਅੰਦਰੋਂ ਕੰਟਰੋਲ ਕਰਨਾ, ਕਾਬੂ ਕਰਨਾ। ਮਨ ਮਾਰਨ ਦਾ ਮਤਲਬ ਅੰਦਰ ਕੰਟਰੋਲ ਕਰ ਲੈਣਾ। ਮਨ ਕਹਿੰਦਾ ਨਹੀਂ, ਆਹ ਰਸ ਲੈਣ ਜਾ, ਇਹ ਰਸ ਪੀਣਾ ਹੀ ਪੀਣਾ ਹੈ, ਤੂੰ ਜਾ। ਅੰਦਰ ਕਾਹਲ ਪੈ ਰਹੀ ਹੈ, ਸਰੀਰ ਟੁੱਟਦਾ ਪਿਆ, ਪਰ ਨਹੀਂ, ਉੱਥੇ ਮਨ ਜਿਹਨੇ ਮਾਰ ਲਿਆ ਉਹ ਫਿਰ ਉਸ ਨਸ਼ੇ ਤੋਂ ਬਚ ਗਿਆ, ਉਸ ਵਿਕਾਰਾਂ ਵਾਲੇ ਰਸ ਤੋਂ ਬਚ ਗਿਆ। ਤੇ ਜਦੋਂ ਤੁਸੀਂ ਉਸ ਰਾਹ ਜਾਓਗੇ ਹੀ ਨਹੀਂ, ਉਹ ਆਪੇ ਹੀ ਮਰ ਜਾਣਗੇ। ਉਹਨਾਂ ਦੀ ਖੁਰਾਕ ਹੀ ਨਹੀਂ। ਜਦੋਂ ਕਾਮ ਨੂੰ ਕਾਮ ਦੀ ਖੁਰਾਕ ਨਾ ਮਿਲੀ, ਕ੍ਰੋਧ ਨੂੰ ਕ੍ਰੋਧ ਦੀ ਖੁਰਾਕ ਨਾ ਮਿਲੀ, ਲੋਭ ਨੂੰ ਲੋਭ ਦੀ ਖੁਰਾਕ ਨਾ ਮਿਲੀ, ਇਹ ਆਪੇ ਹੀ ਮਰ ਜਾਣੇ ਨੇ ਬਗਿਆੜ। ਜਦੋਂ ਹੰਕਾਰ ਨੂੰ ਹੰਕਾਰ ਦੀ ਖੁਰਾਕ ਨਹੀਂ ਮਿਲੇਗੀ, ਆਪੇ ਹੀ ਮਰ ਜਾਏਗਾ। ਇਹਨਾਂ ਨੂੰ ਅਸੀਂ ਨਿਤ ਖੁਰਾਕ ਮਨ ਦੇ ਰਾਹੀਂ ਦੇ ਰਹੇ ਹਾਂ। ਇਹ ਜਿਹੜੇ ਨੇ ਸਾਡੇ ਤੇ ਜ਼ੋਰ ਪਾ ਕੇ ਸਾਡੇ ਤੋਂ ਮਾੜਾ ਕਰਮ ਕਰਾਉਂਦੇ, ਸਾਨੂੰ ਮਨ ਮਾਰਨਾ ਪਏਗਾ, ਮਾੜੇ ਵਾਲੇ ਪਾਸਿਓਂ ਰੋਕਣਾ ਪਏਗਾ, ਕੰਟਰੋਲ ਕਰਨਾ ਪਏਗਾ। ਉਹ ਕਿਵੇਂ ਹੋਏਗਾ? ਜਦੋਂ ਗੁਰਬਾਣੀ ਦਾ ਆਸਰਾ ਲਾਂਗੇ, ਜਦੋਂ ਸ਼ਬਦ ਦੀ ਟੇਕ ਲਾਂਗੇ, ਤਾਂ ਮਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜਦੋਂ ਮਨ ਕਾਬੂ ਹੋ ਗਿਆ, ਇੰਦਰੇ ਆਪੇ ਹੀ ਹੋ ਜਾਣੇ ਨੇ। ਫਿਰ ਮਜਾਲ ਹੈ ਤੁਹਾਡੀ ਅੱਖ ਵਿੱਚ ਕੋਈ ਗੰਦਗੀ, ਮੈਲ, ਮਲੀਨਤਾ ਆ ਜਾਏ, ਤੁਹਾਡੀ ਅੱਖ ਦੇ ਵਿੱਚ ਸ਼ਰਮ ਹੋਏਗੀ, ਹਿਆ ਹੋਏਗੀ। ਮਜਾਲ ਹੈ ਵੀ ਤੁਹਾਡੇ ਕੰਨ ਕੋਈ ਮਾੜਾ ਬੋਲ ਸੁਣ ਜਾਣ, ਤੁਹਾਡੀ ਜ਼ੁਬਾਨ ਤੋਂ ਕੋਈ ਗੰਦਗੀ ਵਾਲਾ ਬੋਲ ਨਿਕਲ ਜਾਏ, ਕਿਉਂਕਿ ਮਨ ਮਾਰ ਲਿਆ ਅੰਦਰੋਂ। ਹੁਣ ਮਾੜੇ ਪਾਸੇ, ਮਾੜੀ ਸੰਗਤ ਵਾਲੇ ਪਾਸੇ ਜਾਇਆ ਹੀ ਨਹੀਂ ਜਾਂਦਾ। ਕਹਿੰਦੇ ਜਦੋਂ ਤੁਸੀਂ ਮਨ ਮਾਰੋਗੇ, ਬਗਿਆੜ ਆਪੇ ਹੀ ਮਰ ਜਾਣਾ ਹੈ। ਗੁਰਮੁਖ ਛੂਟੀ ਹੈ, ਗੁਰੂ ਦੇ ਦੁਆਰਾ। ਤੇ ਗੁਰੂ ਸਾਹਿਬ ਜੀ ਨੇ ਕੀ ਕਿਹਾ ਸੀ? ਕਹਿੰਦੇ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤਾਓ ਆਓ ਹਮਾਰੇ ਪਾਸ। ਜੇ ਤੂੰ ਮਰਨਾ ਹੀ ਕਬੂਲ ਨਹੀਂ ਕਰਨਾ ਤੇ ਫਿਰ ਤੂੰ ਭਾਵੇਂ ਸਾਰੀ ਉਮਰ ਆਉਂਦਾ ਰਹਿ, ਇਹ ਬਗਿਆੜ ਨੇ ਤੈਨੂੰ ਛੱਡਣਾ ਕੋਈ ਨਹੀਂ। ਪਹਿਲਾ ਮਰਨ ਕਬੂਲ। ਇੱਥੇ ਆ ਕੇ ਕਹਿ ਕਿ ਮੈਂ ਆਪਣੇ ਮਨ ਨੂੰ ਮਾਰਨ ਲਈ ਅਭਿਆਸ ਕਰਾਂਗਾ। ਇਹ ਕਾਮੀ ਨਾ ਬਣੇ, ਕ੍ਰੋਧੀ ਨਾ ਬਣੇ, ਲੋਭੀ ਨਾ ਬਣੇ, ਹੰਕਾਰੀ ਨਾ ਬਣੇ। ਮੈਂ ਇਹਨੂੰ ਕੰਟਰੋਲ ਕਰਾਂਗਾ ਤੁਹਾਡੀ ਬਾਣੀ ਦੇ ਆਸਰੇ। ਤੇ ਮਹਾਰਾਜ ਕਹਿੰਦੇ ਤੇਰਾ ਆਉਣਾ ਪ੍ਰਵਾਨ ਹੋ ਜਾਏਗਾ। ਤੇ ਜੇ ਤੂੰ ਕਹੇ ਵੀ ਮੈਂ ਆਪਣੇ ਹੰਕਾਰ ਨੂੰ ਨਹੀਂ ਮਾਰਨਾ, ਮੈਂ ਆਉਣਾ ਵੀ ਆਕੜ ਕੇ ਹੈ, ਤੇ ਫਿਰ ਮਹਾਰਾਜ ਕਹਿੰਦੇ ਆਈ ਰਹਿ, ਸਾਰੀ ਉਮਰ ਆਉਂਦਾ ਰਹਿ, ਪਰ ਇੱਕ ਦਿਨ ਟੁੱਟ ਜਾਏਗਾ, ਸੜ ਜਾਏਗਾ, ਪਰ ਤੇਰੇ ਅੰਦਰ ਦੇ ਬਗਿਆੜ ਨੇ ਤੈਨੂੰ ਛੱਡਣਾ ਨਹੀਂ। ਇਸ ਲਈ ਗੁਰੂ ਸਾਹਿਬ ਕਹਿੰਦੇ ਬਾਗ ਮਰੈ ਮਨ ਮਾਰੀਐ। ਜਦੋਂ ਤੁਸੀਂ ਆਪਣੇ ਮਨ ਨੂੰ ਮਾਰੋਗੇ ਤਾਂ ਬਗਿਆੜ ਆਪੇ ਹੀ ਕਹਿੰਦੇ ਮਰ ਜਾਣਾ ਹੈ। ਜਿਸ ਸਤਿਗੁਰ ਦਿਖਿਆ ਹੋਏ। ਹੁਣ ਮਨ ਕੌਰ ਮਾਰੇਗਾ ਤੇ ਬਗਿਆੜ ਕਿਹਦਾ ਮਰੇਗਾ? ਜਿਹਨੇ ਸਤਿਗੁਰੂ ਕੋਲੋਂ ਸਿੱਖਿਆ ਲੈ ਲਈ। ਮਨ ਨੂੰ ਕਿਵੇਂ ਮਾਰਨਾ ਹੈ?
ਇੰਦਰੀਆਂ ਨੂੰ ਕਿਵੇਂ ਕੰਟਰੋਲ ਕਰਨਾ ਹੈ, ਇਹ ਸਿੱਖਿਆ ਵੀ ਤੇ ਪਹਿਲਾਂ ਲੈਣੀ ਪੈਣੀ ਹੈ ਨਾ। ਪਹਿਲੇ ਸਾਨੂੰ ਸਿੱਖਿਆਰਥੀ ਬਣਨ ਦੀ ਲੋੜ ਹੈ। ਅਸੀਂ ਮੋਹਰ ਲਾਤੀ ਗੁਰੂ ਸਾਹਿਬ ਤੁਹਾਡੇ ਸਿੱਖ ਹਾਂ, ਪਰ ਸਿੱਖਿਆ ਤੇ ਲਈ ਨਹੀਂ ਗੁਰੂ ਦੀ। ਗੁਰੂ ਸਾਹਿਬ ਦੀ ਸਿੱਖਿਆ ਲਈ ਨਹੀਂ ਤੇ ਮੋਹਰ ਲਾ ਦਿੱਤੀ ਅਸੀਂ ਸਿੱਖ ਦੀ। ਮਹਾਰਾਜ ਕਹਿੰਦੇ ਇਹ ਸਿੱਖ ਮੈਨੂੰ ਪ੍ਰਵਾਨ ਨਹੀਂ। ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਜਿਹਦੇ ਕੋਲ ਰਹਿਤ ਹੀ ਨਹੀਂ ਹੈ ਉਹ ਕਾਹਦਾ ਸਿੱਖ ਹੈ? ਉਹ ਤੇ ਐਵੇਂ ਮੋਹਰ ਲਾਈ ਬੈਠਾ ਮੈਂ ਸਿੱਖ ਹਾਂ ਸਿੱਖ ਹਾਂ, ਗੁਰੂ ਦੀ ਸਿੱਖਿਆ ਤੇ ਚੱਲਦਾ ਤੇ ਹੈ ਨਹੀਂ। ਫਿਰ ਜਿਸ ਸਤਿਗੁਰ ਦਿਖਿਆ ਹੋਏ, ਜਿਹਨੂੰ ਸਤਿਗੁਰੂ ਦੀ ਸਿੱਖਿਆ ਮਿਲ ਗਈ, ਉਹਨੇ ਆਪਣੇ ਮਨ ਨੂੰ ਅੰਦਰੋਂ ਮਾਰ ਲਿਆ, ਮਾੜੇ ਵਾਲੇ ਪਾਸਿਓਂ, ਮਾੜੀ ਸੰਗਤ ਵਾਲੇ ਪਾਸਿਓਂ ਰੋਕ ਲਿਆ, ਤੇ ਜਿਹਨੇ ਰੋਕ ਲਿਆ ਫਿਰ ਬਾਗ ਮਰ ਗਿਆ। ਜਿਹੜਾ ਅੰਦਰ ਬਗਿਆੜ ਸੀ, ਜ਼ਮੀਰ ਮਾਰਦਾ ਸੀ, ਇਨਸਾਨੀਅਤ ਨੂੰ ਮਾਰ ਰਿਹਾ ਸੀ, ਅੰਦਰ ਚੰਗੇ ਗੁਣ ਖਤਮ ਕਰ ਰਿਹਾ ਸੀ, ਕਹਿੰਦੇ ਉਹ ਬਗਿਆੜ ਮਰ ਗਿਆ ਜਿਹਨੇ ਸਤਿਗੁਰੂ ਕੋਲੋਂ ਸਿੱਖਿਆ ਲੈ ਲਈ। ਆਪ ਪਛਾਣੈ ਹਰ ਮਿਲੈ, ਬਹੁੜ ਨਾ ਮਰਨਾ ਹੋਏ। ਜਿਨ੍ਹਾਂ ਨੇ ਸਤਿਗੁਰੂ ਕੋਲੋਂ ਸਿੱਖਿਆ ਲੈ ਕੇ ਸ਼ਬਦ ਦਾ ਅਭਿਆਸ ਕਰਕੇ ਆਪ ਪਛਾਣ ਲਿਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਲਿਆ ਜਿਹਨੇ। ਅਸੀਂ ਬਾਹਰੋਂ ਨਹੀਂ ਸਵਾਰਨਾ, ਅੰਦਰ ਨੂੰ ਸਵਾਰਨਾ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਆਪ ਸਵਾਰਹਿ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ। ਅਸੀਂ ਤਾਂ ਇੱਕ ਦੇ ਨਹੀਂ ਹੋ ਰਹੇ, ਬਹੁਤਿਆਂ ਦੇ ਹੋ ਰਹੇ ਆ। ਬਹੁਤਿਆਂ ਨੂੰ ਛੱਡ ਕੇ ਇੱਕ ਦੇ ਹੋ ਕੇ ਵੇਖੀਏ। ਕਹਿੰਦੇ ਜਦੋਂ ਤੂੰ ਆਪ ਸਵਾਰ ਲਏਗਾ ਨਾ, ਆਪਣੇ ਅੰਦਰ ਨੂੰ ਸਵਾਰੇਗਾ, ਮਨ ਨੂੰ ਕੰਟਰੋਲ, ਇੰਦਰੀਆਂ ਨੂੰ ਕੰਟਰੋਲ ਕਰ ਲਏਗਾ, ਤੇ ਜਿਹੜਾ ਤੇਰਾ ਬਗਿਆੜ ਤੇਰਾ ਮਰ ਜਾਏਗਾ। ਬਹੁੜ ਨਾ ਮਰਨਾ ਹੋਏ, ਤੇ ਤੇਰੀ ਆਤਮਕ ਮੌਤ ਨਹੀਂ ਦੁਬਾਰਾ ਹੋਏਗੀ। ਇੱਕ ਵਾਰੀ ਤੂੰ ਸ਼ਬਦ ਵਿੱਚ ਆਪਣੇ ਆਪ ਨੂੰ ਮਾਰ ਕੇ ਵੇਖ, ਫਿਰ ਤੈਨੂੰ ਆਤਮਕ ਮੌਤ ਵਾਲਾ ਬਗਿਆੜ ਨਹੀਂ ਮਾਰ ਸਕੇਗਾ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਬਹੁੜ ਨਾ ਮਰਨਾ ਹੋਏ। ਕਹਿੰਦੇ ਦੁਬਾਰਾ ਤੁਹਾਡਾ ਮਰਨਾ ਹੋ ਹੀ ਨਹੀਂ ਸਕਦਾ। ਤੁਸੀਂ ਸਦਾ ਲਈ ਆਤਮਕ ਤਲ ਤੇ ਜੀਵਤ ਹੋ ਜਾਓਗੇ। ਇੱਥੇ ਸਾਹਿਬ ਕਹਿੰਦੇ ਬਹੁੜ ਨਾ ਮਰਨਾ ਹੋਏ, ਆਤਮਕ ਮੌਤ ਫਿਰ ਨਹੀਂ ਹੁੰਦੀ ਹੈ। ਕੀਚੜ ਹਾਥ ਨਾ ਬੁੱਢਈ, ਏਕਾ ਨਦਰ ਨਿਹਾਲ। ਕਹਿੰਦੇ ਫਿਰ ਤੁਹਾਡੇ ਹੱਥ ਚਿੱਕੜ ਵਿੱਚ ਵੱਲ ਨਹੀਂ ਜਾਣਗੇ, ਤੁਹਾਡੇ ਹੱਥ ਚਿੱਕੜ ਦੇ ਵੱਲ ਨੂੰ ਨਹੀਂ ਜਾਣਗੇ। ਚਿੱਕੜ ਦਾ ਮਤਲਬ ਗੰਦਗੀ। ਗੰਦਗੀ ਕਾਹਦੀ ਸੀ? ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ। ਕਹਿੰਦੇ ਫਿਰ ਤੁਸੀਂ ਚਿੱਕੜ ਵਾਲੇ ਪਾਸੇ ਨੂੰ ਨਹੀਂ ਜਾਓਗੇ, ਉਸ ਗੰਦਗੀ ਵਿੱਚ ਤੁਸੀਂ ਨਹੀਂ ਜਾ ਕੇ ਡੁੱਬੋਗੇ। ਏਕਾ ਨਦਰ ਨਿਹਾਲ, ਜਦੋਂ ਉਸ ਇੱਕ ਦੀ ਰਹਿਮਤ ਤੇ ਨਜ਼ਰ ਤੁਹਾਡੇ ਤੇ ਹੋ ਗਈ, ਜਿਨ ਕੋ ਨਜ਼ਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਉਹ ਸਦਾ ਲਈ ਨਿਹਾਲ ਹੋ ਜਾਂਦਾ ਹੈ। ਨਾਨਕ ਗੁਰਮੁਖ ਉਬਰੇ, ਗੁਰ ਸਰਵਰ ਸੱਚੀ ਪਾਲ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਬਣ ਗਏ, ਗੁਰੂ ਦੁਆਰਾ ਉਸ ਚਿੱਕੜ ਵਿੱਚ ਡੁੱਬਣ ਤੋਂ ਬਚ ਗਏ, ਕਿਉਂਕਿ ਗੁਰੂ ਸਰਵਰ ਹੈ, ਸਰੋਵਰ ਹੈ। ਤੇ ਸੱਚੀ ਪਾਲ, ਪਾਲ ਦਾ ਅਰਥ ਹੈ ਦੀਵਾਰ। ਅਸੀਂ ਕੂੜ ਦੀ ਦੀਵਾਰ ਕਰਕੇ ਬੈਠੇ ਹਾਂ। ਇਹੀ ਤੇ ਪੁੱਛਿਆ ਸੀ, ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟੈ ਪਾਲ। ਕਹਿੰਦੇ ਕੂੜ ਦੀ ਦੀਵਾਰ ਕਿਵੇਂ ਟੁੱਟੇਗੀ? ਅਸੀਂ ਚਿੱਕੜ ਵਿੱਚ ਡੁੱਬੇ ਪਏ ਹਾਂ, ਕਾਮ ਦੇ ਕ੍ਰੋਧ ਦੇ ਚਿੱਕੜ ਵਿੱਚ ਲਿਬੜੇ ਪਏ ਹਾਂ ਅਸੀਂ। ਸਾਡਾ ਜ਼ਿੰਦਗੀ ਸਾਡੀ ਗੰਦਗੀ ਨਾਲ ਭਰੀ ਪਈ ਹੈ। ਕਹਿੰਦੇ ਜਦੋਂ ਤੂੰ ਸਤਿਗੁਰੂ ਦੇ ਸਰਵਰ ਸਰੋਵਰ ਵਿੱਚ, ਹੁਣ ਚਿੱਕੜ ਲੱਗਾ ਹੋਵੇ ਹੱਥਾਂ ਨੂੰ, ਕੀ ਕਰੋਗੇ? ਸਾਰਾ ਸਰੀਰ ਤੁਹਾਡਾ ਚਿੱਕੜ ਨਾਲ ਭਰਿਆ, ਤੇ ਪਾਣੀ ਕੋਲ ਹੀ ਜਾਓਗੇ ਨਾ। ਪਾਣੀ ਨਾਲ ਆਪਣਾ ਚਿੱਕੜ ਲਾ ਲਓਗੇ, ਤੇ ਜਿਹੜਾ ਮਨ ਚਿੱਕੜ ਵਿੱਚ ਲਿਬੜਿਆ ਉਹਨੂੰ ਕਿਵੇਂ ਉਤਾਰੋਗੇ? ਉਹਦੇ ਲਈ ਗੁਰੂ ਸਰੋਵਰ ਵਿੱਚ ਆਉਣਾ ਪੈਣਾ ਹੈ, ਆ ਨਾਮ ਦਾ ਸਰੋਵਰ। ਇੱਥੇ ਆ ਕੇ ਜਿਹਨੇ ਮਨ ਨੂੰ ਸਰੋਵਰ ਦੇ ਵਿੱਚ ਚੁੱਭੀ ਲਵਾਤੀ, ਗੁਰਬਾਣੀ ਦੇ ਸਰੋਵਰ ਵਿੱਚ, ਕਹਿੰਦੇ ਉਹ ਫਿਰ ਸਾਰਾ ਚਿੱਕੜ ਜਿਹੜਾ ਸੀ ਗੁਰੂ ਦੇ ਦੁਆਰਾ ਗੁਰਮੁਖ ਉਭਰੇ, ਉਹ ਚਿੱਕੜ ਤੋਂ ਬਚ ਕੇ ਨਿਕਲ ਗਏ, ਔਰ ਸੱਚੀ ਪਾਲ, ਤੇ ਗੁਰੂ ਨੇ ਸੱਚ ਸ਼ਬਦ ਦੀ ਦੀਵਾਰ ਕਰ ਦਿੱਤੀ। ਹੁਣ ਐਸੀ ਸੱਚ ਦੀ ਦੀਵਾਰ ਕਰ ਦਿੱਤੀ ਹੈ ਕਿ ਦੀਵਾਰ ਤੋਂ ਪਰੇ ਗੰਦਗੀ ਹੈ, ਕੂੜ ਹੈ। ਉਹ ਕੂੜ ਆਪਣੀ ਦੀਵਾਰ ਕਰਨਾ ਚਾਹੁੰਦਾ ਹੈ, ਪਰ ਜੇ ਸੱਚ ਦੀ ਦੀਵਾਰ ਟੁੱਟੇਗੀ ਤਾਂ ਹੀ ਕੂੜ ਦੀ ਦੀਵਾਰ ਹੋਏਗੀ ਨਾ। ਇਹ ਸੱਚ ਦੀ ਦੀਵਾਰ ਜਿਹਨੇ ਆਪਣੇ ਮਨ ਦੇ ਆਸੇ-ਪਾਸੇ ਕਰ ਲਈ,
ਉਹ ਫਿਰ ਕਦੇ ਵੀ ਕੂੜ ਵਾਲੇ ਪਾਸੇ, ਗੰਦਗੀ ਵਾਲੇ ਪਾਸੇ, ਵਿਕਾਰਾਂ ਵਾਲੇ ਪਾਸੇ ਨਹੀਂ ਜਾਂਦਾ, ਜਾਂ ਉਹ ਕਦੇ ਵੀ ਜਾ ਕੇ ਚਿੱਕੜ ਦੇ ਵਿੱਚ ਲਿਬੜਦਾ ਨਹੀਂ, ਜਿਹਨੇ ਆਹ ਪਵਿੱਤਰ ਸਰੋਵਰ ਵਿੱਚ ਆ ਕੇ ਮਨ ਕਰਕੇ ਆਪਣੀ ਮੈਲ ਨੂੰ ਉਤਾਰ ਲਿਆ ਹੈ। ਗੁਰੂ ਦੁਆਰੇ ਆਉਣਾ ਜ਼ਰੂਰੀ ਹੈ, ਸੰਗਤ ਕਰਨੀ ਜ਼ਰੂਰੀ ਹੈ, ਔਰ ਗੁਰਬਾਣੀ ਦੇ ਨਾਲ ਜੁੜਨਾ ਸਭ ਤੋਂ ਵੱਧ ਜ਼ਰੂਰੀ ਹੈ। ਆਈਏ ਗੁਰੂ ਦੁਆਰੇ ਸੰਗਤ ਵਿੱਚ ਰਲ ਮਿਲ ਕੇ ਗੁਰੂ ਰੂਪੀ ਸਰੋਵਰ ਵਿੱਚ, ਗੁਰਬਾਣੀ ਰੂਪੀ ਸਰੋਵਰ 'ਚ ਮਨ ਕਰਕੇ ਚੁੱਭੀ ਲਾਉਣ ਦਾ ਯਤਨ ਕਰਕੇ, ਸੱਚ ਦਾ ਪੱਲਾ ਪਕੜ ਕੇ ਸੱਚ ਦੇ ਮਾਰਗ ਤੇ ਚੱਲਦਿਆਂ ਆਪਣਾ ਜੀਵਨ ਸਫਲਾ ਕਰਨ ਦਾ ਯਤਨ ਕਰੀਏ। ਅਰਦਾਸ ਕਰੋ ਕਿ ਗੁਰੂ ਸਾਹਿਬ ਤੁਹਾਡੇ ਦਰ ਤੇ ਆਏ ਆ, ਅਸੀਂ ਕਿਸੇ ਹੋਰ ਦੇ ਗੋਲੇ ਨਹੀਂ ਬਣਨਾ, ਅਸੀਂ ਤੁਹਾਡੇ ਦਰ ਤੇ ਆਏ ਆ, ਸਾਡੀ ਆਇਆਂ ਦੀ ਲਾਜ ਰੱਖ ਲਓ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣਹਾਰ ਦਇਆਲਾ, ਰਾਖੋ ਰਾਖਣਹਾਰ ਦਇਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ। ਇਹ ਅਰਦਾਸ ਕਰੀਏ, ਸਤਿਗੁਰੂ ਜੀ ਸਾਨੂੰ ਵੀ ਇਸ ਚਿੱਕੜ ਤੋਂ, ਗੰਦਗੀ ਤੋਂ ਬਚਾ ਕੇ ਸਿੱਧੇ ਮਾਰਗ ਤੇ ਚੱਲਣ ਲਈ ਸਾਡੇ ਤੇ ਕਿਰਪਾ ਕਰੋ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ ਜੀਵਨ ਸਾਡਾ ਬਣ ਸਕੇ। ਜਿੰਨੇ ਵੀ ਤੁਸੀਂ ਗੁਰੂ ਚਰਨਾਂ 'ਚ ਆਏ ਜਾਂ ਜਿੰਨੇ ਵੀ ਗੁਰਬਾਣੀ ਨਾਲ ਜੁੜੇ ਹੋ, ਸਭਨਾਂ ਨੂੰ ਮੁਬਾਰਕ, ਚੜ੍ਹਦੀ ਕਲਾ ਵਾਲਾ ਜੀਵਨ ਸਤਿਗੁਰੂ ਬਖਸ਼ਣ। ਭੁੱਲਿਆਂ ਭਟਕਿਆਂ ਨੂੰ ਵੀ ਬਾਣੀ ਤੇ ਬਾਣੀ ਦੇ ਧਾਰਨੀ ਬਣਾਉਣ। ਸਾਡੀ ਅਰਦਾਸ ਹੀ ਇਹ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਜਿੱਥੇ ਸਾਡਾ ਭਲਾ ਹੋਣਾ ਉੱਥੇ ਸਰਬੱਤ ਦਾ ਭਲਾ ਵੀ ਅਸੀਂ ਗੁਰੂ ਦਰ ਤੇ ਮੰਗਣਾ ਹੈ। ਅੱਜ ਦੇ ਪਾਵਨ ਬਚਨਾਂ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਸਤਿਗੁਰੂ ਬਖਸ਼ ਦੇਣ। ਅੱਗੇ ਤੋਂ ਮੇਰ ਦਾ ਹੱਥ ਰੱਖ ਕੇ ਆਪ ਵਿਚਾਰ ਕਰਵਾ ਲੈਣ। ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਕੀਚੜ ਹਾਥ ਨਾ ਬੁੱਢਈ, ਏਕਾ ਨਦਰ ਨਿਹਾਲ। ਨਾਨਕ ਗੁਰਮੁਖ ਉਬਰੇ, ਗੁਰ ਸਰਵਰ ਸੱਚੀ ਪਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।